ਮੈਂ YouTube ਚੈਨਲ ਤੇ ਦੇਸ਼ ਕਲਿੱਕ ਵੱਲੋਂ ਸੁਖਦੇਵ ਸਿੰਘ ਪਟਵਾਰੀ ਅੱਜ ਸਾਡੇ ਨਾਲ ਸੋਸ਼ਲ ਐਕਟਿਵਿਸਟ ਸਰਦਾਰ ਕਮਲਜੀਤ ਸਿੰਘ ਸਾਡੇ ਨਾਲ ਹਾਜ਼ਰ ਹੋਏ ਨੇ। ਤੁਹਾਨੂੰ ਤੁਹਾਡਾ ਸਵਾਗਤ ਹੈ ਜੀ ਕਮਲਜੀਤ ਸਿੰਘ ਜੀ। ਜੀ ਸ਼ੁਕਰੀਆ। ਤੇ ਅੱਜ ਅਸੀਂ ਗੱਲ ਕਰਾਂਗੇ ਦਰਸ਼ਕੋ, ਅੱਜ ਪਿਛਲੇ ਬੜੇ ਲੰਬੇ ਸਮੇਂ ਤੋਂ ਹੀ ਕਹਿ ਸਕਦੇ ਹਾਂ ਅਸੀਂ ਆ ਪਿਛਲੇ 1-2 ਸਾਲਾਂ ਤੋਂ ਖਾਸ ਕਰਕੇ ਅੱਜ ਦੇ ਸਮੇਂ ਦੇ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਦੀਆਂ ਸਿੱਖਿਆਵਾਂ ਬਾਰੇ ਉਹਦੇ ਪ੍ਰਤੀ ਹਰ ਤਰ੍ਹਾਂ ਦੀ ਪਾਰਟੀ ਆਪਣਾ ਹੇਜ ਦਿਖਾਉਣ ਲੱਗੀ ਹੋਈ ਹੈ ਤੇ ਉਹ ਅਸਲ 'ਚ ਡਾਕਟਰ ਭੀਮ ਰਾਓ ਅੰਬੇਦਕਰ ਨੂੰ ਮੰਨ ਰਹੇ ਨੇ ਜਾਂ ਉਹਦੇ ਫੋਲੋਅਰਸ ਨੂੰ ਆਪਦੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹੋ ਜਿਹੇ ਮਾਹੌਲ ਦੇ ਵਿੱਚ ਅੱਜ ਤੁਸੀਂ ਜਦੋਂ ਵੀ ਭਾਵੇਂ ਕਿਸਾਨ ਨੇ, ਭਾਵੇਂ ਭਾਜਪਾ ਹੈ, ਭਾਵੇਂ ਕਾਂਗਰਸ ਹੈ, ਭਾਵੇਂ ਕਾਮਰੇਡ ਸੱਜੇ ਖੱਬੇ ਕਾਮਰੇਡ, ਸਭ ਤਰ੍ਹਾਂ ਦੀ ਜਿਹੜੇ ਉਹਨੇ ਡਾਕਟਰ ਭੀਮ ਰਾਓ ਅੱਜ ਇੱਕ ਸੈਂਟਰਲ ਫਿਗਰ ਦੇ ਤੌਰ 'ਤੇ ਲੋਕਾਂ ਦੇ ਵਿੱਚ ਉੱਭਰੇ ਹੋਏ ਨੇ ਤੇ ਅਸੀਂ ਇਸ ਬਾਰੇ ਗੱਲ ਕਰਾਂਗੇ ਵੀ ਇਹਨਾਂ ਪਾਰਟੀਆਂ ਦੀ ਸਮਾਜ ਦੇ ਵਿੱਚ ਜਾਂ ਡਾਕਟਰ ਭੀਮ ਰਾਓ ਦੀ ਜਿਹੜੀ ਵਿਚਾਰਧਾਰਾ ਸੀ ਉਹਦੇ ਪ੍ਰਤੀ ਇਹਨਾਂ ਦਾ ਕਿੰਨਾ ਕੁ ਲਗਾਅ ਸੀ ਤੇ ਉਹਦੇ ਅੱਡ-ਅੱਡ ਪੱਖਾਂ ਨੂੰ ਲੈ ਕੇ ਅਸੀਂ ਕਮਲਜੀਤ ਸਿੰਘ ਉਹਨਾਂ ਨਾਲ ਗੱਲ ਕਰਾਂਗੇ। ਹਾਂਜੀ ਕਮਲਜੀਤ ਸਿੰਘ ਜੀ, ਮੈਂ ਤੁਹਾਨੂੰ ਜੀ ਆਇਆਂ ਸਾਡੇ ਚੈਨਲ ਦੇ ਉੱਤੇ ਆਉਣ ਤੇ ਮੇਰੀ ਤੁਹਾਨੂੰ ਪਹਿਲਾ ਸਵਾਲ ਇਹ ਹੈ ਵੀ ਅੱਜ ਸਾਰੀਆਂ ਪਾਰਟੀਆਂ ਡਾਕਟਰ ਭੀਮ ਰਾਓ ਅੰਬੇਦਕਰ ਬਾਰੇ ਇਸ ਤਰ੍ਹਾਂ ਦੀ ਮਤਲਬ ਗੱਲ ਕਰ ਰਹੀਆਂ ਨੇ ਵੀ ਜਿਵੇਂ ਉਹ ਸਾਰੇ ਹੀ ਉਹਦੇ ਬਹੁਤ ਵੱਡੀਆਂ ਪੈਰੋਕਾਰ ਹੋਣ ਤੇ ਉਸ ਨੂੰ ਦੇਖਦਿਆਂ ਤੁਸੀਂ ਇਹਨੂੰ ਕੀ ਸਮਝ ਰਹੇ ਹੋ ਵੀ ਅੱਜ ਸਮਾਜ ਦੇ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਦਾ ਨਾਂ ਇੰਨਾ ਕਿਉਂ ਉੱਭਰਿਆ ਤੇ ਇਹ ਸਾਰੀਆਂ ਪਾਰਟੀਆਂ ਇਸ ਤਰ੍ਹਾਂ ਦਾ ਜਿਹੜਾ ਰਵੱਈਆ ਉਹਨਾਂ ਦਾ ਡਾਕਟਰ ਭੀਮ ਰਾਓ ਅੰਬੇਦਕਰ ਬਾਰੇ ਉਹ ਕਿਉਂ ਹੈ? ਦੇਖੋ, ਆਪਾਂ ਇੱਕ ਚੀਜ਼ ਤਾਂ ਸਮਝਦੇ ਹਾਂ ਵੀ ਪਾਰਟੀਆਂ ਕੰਮ ਕਰਦੀਆਂ ਨੇ ਲੋਕਾਂ ਦੇ ਕਿਤੇ ਨਾ ਕਿਤੇ ਦਬਾਅ ਨੂੰ ਜੱਜ ਕਰਦੀਆਂ ਹੁੰਦੀਆਂ ਨੇ। ਲੋਕਾਂ ਦੇ ਵਿੱਚ ਅਸਲ ਦੇ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਦਾ ਜ਼ਿਕਰ ਜਿਹੜਾ ਹੈ ਪਿਛਲੇ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਪਹਿਲਾਂ ਦੇ ਇਤਿਹਾਸ ਨਾਲੋਂ ਕਿਤੇ ਵੀ ਜ਼ਿਆਦਾ ਆਜ਼ਾਦ ਭਾਰਤ ਦੇ ਇਤਿਹਾਸ 'ਚ ਸਭ ਤੋਂ ਵੱਧ ਜ਼ਿਕਰ ਮੈਂ ਸਮਝਦਾ ਭੀਮ ਰਾਓ ਅੰਬੇਦਕਰ ਉਹਨਾਂ ਦਾ ਪਿਛਲੇ ਕੁਝ ਕੁ ਸਾਲਾਂ ਦੇ ਵਿੱਚ ਹੋਇਆ ਤੇ ਲੋਕਾਂ 'ਚ ਜਿਹੜਾ ਰਿਵਾਈਵਲ ਹੋਇਆ ਡਾਕਟਰ ਸਾਹਿਬ ਦੀ ਆਈਡੀਓਲੋਜੀ ਦਾ, ਮੈਨੂੰ ਲੱਗਦਾ ਇਸੇ ਰਿਵਾਈਵਲ ਦਾ ਦਬਾਅ ਹੈ ਕਿ ਪੋਲੀਟੀਕਲ ਪਾਰਟੀਆਂ ਨੂੰ ਵੀ ਆਪਣਾ ਹੇਜ ਜਿਹੜਾ ਹੈਗਾ ਉਹ ਡਾਕਟਰ ਸਾਹਿਬ ਪ੍ਰਤੀ ਦਿਖਾਉਣਾ ਪੈ ਰਿਹਾ ਹੈ। ਜਦ ਕਿ ਜਿਹੜੀ ਮੇਨ ਗੱਲ ਮੈਨੂੰ ਲੱਗਦਾ ਚਰਚਾ ਅੱਜ ਆਪਾਂ ਨੂੰ ਜ਼ਰੂਰ ਇਸ ਗੱਲ 'ਤੇ ਖਾਸ ਕਰਕੇ ਅੰਬੇਦਕਰ ਜਯੰਤੀ ਹੈ ਤੇ ਇਸ ਦਿਨ ਦੇ ਉੱਤੇ ਤਾਂ ਜ਼ਰੂਰ ਸਾਨੂੰ ਇਸ ਗੱਲ ਦੇ ਉੱਤੇ ਚਰਚਾ ਕਰਨੀ ਚਾਹੀਦੀ ਹੈ ਕਿ ਡਾਕਟਰ ਸਾਹਿਬ ਐਸੀ ਕੀ ਵਿਚਾਰਧਾਰਾ ਦੇ ਗਏ ਨੇ ਸਾਨੂੰ ਐਸੀ ਕੀ ਥੋਟ ਸਾਨੂੰ ਦੇ ਗਏ ਨੇ ਜਿਹਦੇ ਕਰਕੇ ਸਾਰਿਆਂ ਨੂੰ ਹੀ ਅੱਜ ਉਹਨਾਂ ਵੱਲ ਨੂੰ ਦੁਬਾਰਾ ਦੇਖਣਾ ਪੈ ਰਿਹਾ ਹੈ। ਪਹਿਲਾ ਮੇਰਾ ਤੁਹਾਨੂੰ ਪਹਿਲਾ ਸਵਾਲ ਇਹ ਹੈ ਵੀ ਪਹਿਲਾਂ ਜਿਹੜੀ ਡਾਕਟਰ ਭੀਮ ਰਾਓ ਅੰਬੇਦਕਰ ਦੀ ਵਿਚਾਰਧਾਰਾ ਦਾ ਮੇਨ ਕੰਟੈਂਟ ਕੀ ਹੈ ਜਾਂ ਆਪਾਂ ਕਹਿ ਲਓ ਵੀ ਸਮਾਜ ਲਈ ਉਹਨਾਂ ਦਾ ਜਿਹੜਾ ਬੇਸਿਕ ਦੇਣ ਕੀ ਹੈ, ਪਹਿਲਾਂ ਥੋੜ੍ਹੀ ਜਿਹੀ ਉਹਦੇ ਬਾਰੇ ਚਾਨਣਾ ਪਾਓ, ਫਿਰ ਅਸੀਂ ਅੱਗੇ ਦੇਖਦੇ ਹਾਂ ਵੀ ਉਹਦੇ ਲਈ ਪਾਰਟੀਆਂ ਕਿਉਂ ਕਰ। ਦੇਖੋ, ਮੈਂ ਜਿੱਥੇ ਤੱਕ ਸਮਝਦਾ ਇਤਿਹਾਸ ਨੂੰ ਜਿੰਨਾ ਕੁ ਸਮਝਿਆ ਕਿ ਜਦੋਂ ਭਾਰਤ ਦੀ ਆਜ਼ਾਦੀ ਦੇ ਅੰਦੋਲਨ ਦੀ ਗੱਲ ਤੁਰੀ ਜੀ ਤਾਂ ਇੱਦਾਂ ਲੱਗ ਰਿਹਾ ਸੀ ਵੀ ਸਾਰਾ ਭਾਰਤ ਇੱਕ ਯੂਨਿਟ ਹੈ ਜੀ ਤੇ ਅੰਗਰੇਜ਼ ਉੱਤੋਂ ਦੂਜੀ ਇਕਾਈ ਹੈ ਜਿਨ੍ਹਾਂ ਤੋਂ ਆਜ਼ਾਦੀ ਆਪਾਂ ਨੇ ਲੈਣੀ ਹੈ। ਲੇਕਿਨ ਇਸ ਦੌਰ ਦੇ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਪਹਿਲੀ ਵਾਰੀ ਇੱਕ ਵੱਡਾ ਤੇ ਨਵਾਂ ਸਵਾਲ ਲੈ ਕੇ ਸਾਹਮਣੇ ਆਉਂਦੇ ਨੇ, ਉਹ ਹੈ ਹਿੰਦੁਸਤਾਨ ਦੇ ਵਿੱਚ ਅਛੂਤ ਦਾ ਜਿਹੜਾ ਸਵਾਲ ਸੀ ਜੀ। ਉਹਨਾਂ ਨੇ ਕਿਹਾ ਕਿ ਸਵਾਲ ਅੰਗਰੇਜ਼ਾਂ ਤੋਂ ਆਜ਼ਾਦੀ ਦਾ ਬਿਲਕੁਲ ਜ਼ਰੂਰ ਹੈ, ਲੇਕਿਨ ਹਿੰਦੁਸਤਾਨ ਦੇ ਕਰੋੜਾਂ ਦਲਿਤਾਂ ਵਾਸਤੇ ਸਵਾਲ ਜਿਹੜਾ ਹੈ ਉਹ ਹਿੰਦੁਸਤਾਨ ਦੇ ਅੰਦਰ ਆਜ਼ਾਦੀ ਦਾ ਵੀ ਮੌਜੂਦ ਹੈ ਜੀ। ਇਹ ਸਵਾਲ ਪਹਿਲੀ ਵਾਰੀ ਉਹਨਾਂ ਨੇ ਬਹੁਤ ਹੀ ਮਜ਼ਬੂਤ ਤਰੀਕੇ ਨਾਲ ਰੱਖਿਆ। ਜੇ ਆਪਾਂ ਉਹਨਾਂ ਦਾ ਜਿਹੜਾ ਸਭ ਤੋਂ ਪਪੂਲਰ ਪੇਪਰ ਹੈ ਇਸ ਵਿਸ਼ੇ ਦੇ ਨਾਲ ਜੁੜਿਆ ਹੋਇਆ ਜਿਹਦਾ ਬਹੁਤ ਚਰਚਾ ਹੁੰਦੀ ਐਨਹਾਈਲੇਸ਼ਨ ਆਫ ਕਾਸਟ, ਤਾਂ ਅਸੀਂ ਸਮਝਦੇ ਹਾਂ ਹਿੰਦੁਸਤਾਨ ਦੀ ਡੈਮੋਕ੍ਰੇਸੀ ਜਾਂ ਕਹਿ ਲਈਏ ਜਮਹੂਰੀਅਤ ਹਿੰਦੁਸਤਾਨ ਦੀ, ਉਹਨੂੰ ਸ਼ੇਪ ਕਰਦਾ ਹੋਇਆ ਪਹਿਲਾ ਪ੍ਰਪੋਜ਼ਲ ਹਿੰਦੁਸਤਾਨ 'ਚ ਜਿਹੜਾ ਸਭ ਤੋਂ ਮੂਲ ਪ੍ਰਪੋਜ਼ਲ ਹੈ ਉਹ ਡਾਕਟਰ ਅੰਬੇਦਕਰ ਲੈ ਕੇ ਆਉਂਦੇ ਨੇ, ਇਹ ਕਹਿ ਕੇ ਕਿ ਐਨਹਾਈਲੇਸ਼ਨ ਆਫ ਕਾਸਟ ਹਿੰਦੁਸਤਾਨ ਦੇ ਸਮਾਜ ਦੇ ਜਮਹੂਰੀਕਰਨ ਦਾ, ਡੈਮੋਕਰੇਟਾਈਜੇਸ਼ਨ ਦਾ, ਸੋਸਾਇਟੀ ਦਾ ਜਾਂ ਮਾਡਰਨਾਈਜੇਸ਼ਨ ਦਾ ਪਹਿਲਾ ਸਟੈਪ ਹੈ। ਸੋ ਇਹ ਮੈਨੂੰ ਲੱਗਦਾ ਵੀ ਉਹ ਚੂਲ ਨੁਕਤਾ ਹੈ, ਇਹ ਉਹ ਬਿਲਕੁਲ ਬੇਸਿਕ ਨੁਕਤਾ ਹੈ ਜਿਹਦੇ ਦੁਆਲੇ ਉਸ ਤੋਂ ਬਾਅਦ ਹਿੰਦੁਸਤਾਨ ਦੀ ਸਾਰੀ ਪੋਲੀਟਿਕਸ ਜਿਹੜੀ ਹੈਗੀ ਉਹਨੂੰ ਕਿਤੇ ਨਾ ਕਿਤੇ ਰਿਸਪੌਂਡ ਕਰਨਾ ਪੈਂਦਾ। ਦੇਖੋ, ਜਿਹੜਾ ਡਾਕਟਰ ਅੰਬੇਦਕਰ ਉਹਨਾਂ ਨੇ ਜਿਹੜਾ ਛੂਆਛਾਤ ਦਾ ਜਿਹੜਾ ਇਹ ਬੇਸਿਕ ਇਸ਼ੂ ਉਭਾਰਿਆ, ਇਹ ਬਹੁਤ ਵੱਡਾ ਇਸ਼ੂ ਸੀ ਜੀ ਬਿਲਕੁਲ। ਪਰ ਇਹਦੇ ਨਾਲ ਜਦੋਂ ਅਸੀਂ ਟੋਟਲ ਫੀਲਡ ਦੇ ਵਿੱਚ ਦੇਖਦੇ ਹਾਂ ਜਾਂ ਜਦੋਂ ਅਸੀਂ ਨਾ ਸੰਵਿਧਾਨ ਦੇ ਰੂਪ ਦੇ ਵਿੱਚ ਉਹਨਾਂ ਦੀ ਕਾਰਗੁਜ਼ਾਰੀ ਨੂੰ ਮੁਲਾਂਕਣ ਵਿੱਚ ਲਿਆਉਂਦੇ ਨਾ, ਤਾਂ ਉਦੋਂ ਇੱਕ ਇਸ਼ੂ ਇਹ ਵੀ ਆਉਂਦਾ ਵੀ ਉਹਨਾਂ ਨੇ ਪੋਲੀਟੀਕਲ ਪੱਧਰ 'ਤੇ ਤਾਂ ਬੰਦੇ ਦੇ ਬਰਾਬਰ ਮੰਨਿਆ, ਮਤਲਬ ਉਹਨੂੰ ਕਿਹਾ ਵੀ ਇੱਕ ਪਾਹਾ ਵੋਟ
ਤੇ ਇੱਕ ਆਦਮੀ ਭਾਵੇਂ ਉਹ ਅਮੀਰ ਹੈ ਭਾਵੇਂ ਗਰੀਬ ਹੈ, ਪਰ ਉਹਨੂੰ ਸੋਸ਼ਲ ਫੀਲਡ ਦੇ ਵਿੱਚ ਤੇ ਉਹਨੂੰ ਆਰਥਿਕ ਫੀਲਡ ਦੇ ਵਿੱਚ ਜਿਹੜੀ ਇਹ ਬਰਾਬਰੀ ਦਾ ਕਿਤੇ ਉਹਨਾਂ ਨੇ ਨਾ ਪੈਮਾਨਾ ਸੈੱਟ ਨਹੀਂ ਕੀਤਾ। ਜਿਹੜਾ ਛੂਆ ਛੂਤ ਦਾ ਮਸਲਾ ਹੈ ਵੀ ਜਾਤ ਪਾਤ ਦੇ ਵਿਰੋਧ ਦੇ ਵਿੱਚ ਕੋਈ ਇਹੋ ਜਿਹੇ ਕਾਨੂੰਨ ਬਣਾਉਣੇ ਵੀ ਇਹਨਾਂ ਨੂੰ ਇਸ ਤਰ੍ਹਾਂ ਦੁਰਕਾਰੇ ਨਾ ਕੋਈ ਹੋਰ, ਉਹ ਡਿਫਰੈਂਟ ਚੀਜ਼ ਹੈ। ਪਰ ਇਸ ਤਰ੍ਹਾਂ ਦੀ ਸਿਚੁਏਸ਼ਨ ਨਹੀਂ ਉਹਨਾਂ ਨੇ ਮਤਲਬ ਸੰਵਿਧਾਨ ਦੇ ਵਿੱਚ ਕ੍ਰੀਏਟ ਕੀਤੀ ਜਿਹਦੇ ਨਾਲ ਇਹ ਜਿਹੜੇ ਗਰੀਬ ਲੋਕ ਨੇ ਜਾਂ ਜਿਹੜੇ ਜਾਤਾਂ ਦੇ ਵਿੱਚ ਵੰਡ ਕੇ ਨੀਵੇਂ ਪੱਧਰ ਤੇ ਰੱਖੇ ਗਏ ਸੀ, ਉਹਨਾਂ ਨੂੰ ਇਹੋ ਜਿਹਾ ਮੌਕਾ ਪ੍ਰਦਾਨ ਹੋਵੇ ਵੀ ਜਿਹਦੇ ਨਾਲ ਉਹਨਾਂ ਦੀ ਆਰਥਿਕ ਬਰਾਬਰੀ ਤੇ ਸੋਸ਼ਲ ਬਰਾਬਰੀ ਵੀ ਉਤੇ ਸੀਨ ਤੇ ਆ ਜਾਏ। ਦੇਖੋ ਇਸ ਤਰ੍ਹਾਂ ਮੈਂ ਇਸ ਨੂੰ ਇਸ ਤਰ੍ਹਾਂ ਸਮਝਦਾ ਹਾਂ, ਬਿਲਕੁਲ ਠੀਕ ਹੈ। ਇਹ ਸਵਾਲ ਬਹੁਤ ਵਾਰੀ ਉਠਾਇਆ ਜਾਂਦਾ ਹੈ ਕਿ ਡਾਕਟਰ ਸਾਹਿਬ ਨੇ ਕੁੱਲ ਮਿਲਾ ਕੇ ਕਹਿ ਲਈਏ ਵੀ ਪੂੰਜੀਵਾਦ ਦਾ ਕ੍ਰਿਟੀਕ ਨਹੀਂ ਕੀਤਾ। ਉਹਨਾਂ ਨੇ ਹਿੰਦੁਸਤਾਨ ਦੇ ਵਿੱਚ ਜਿਹੜਾ ਪੂੰਜੀਵਾਦ ਦਾ ਉਸ ਵੇਲੇ ਤੋਂ ਬਾਅਦ ਵਿਕਾਸ ਸ਼ੁਰੂ ਹੋਣਾ ਸੀ ਉਹਦਾ ਕੋਈ ਕ੍ਰਿਟੀਕ ਨਹੀਂ ਕੀਤਾ, ਹਿੰਦੁਸਤਾਨ ਦੀਆਂ ਸਮਾਜਿਕ ਹਾਲਤਾਂ ਦੇ ਸੰਦਰਭ ਤੱਕ ਆਪਣੇ ਆਪ ਨੂੰ ਸੀਮਿਤ ਰੱਖਿਆ, ਐਸਾ ਲੱਗਦਾ। ਲੇਕਿਨ ਮੈਂ ਇਸ ਦੇ ਵਿੱਚ ਦੂਜੀ ਗੱਲ ਵੱਲ ਪੁਆਇੰਟ ਆਊਟ ਕਰਨਾ ਚਾਹੁੰਦਾ। ਮੈਂ ਇਸ ਗੱਲ ਵੱਲ ਨੁਕਤਾ ਦੇਣਾ ਚਾਹੁੰਦਾ ਤੁਹਾਨੂੰ ਕਿ ਆਪਾਂ ਇਸ ਗੱਲ ਵੱਲ ਧਿਆਨ ਦਈਏ ਕਿ ਉਹ ਕਿਸ ਦੌਰ 'ਚ ਖੜ੍ਹ ਕੇ ਗੱਲ ਕਰ ਰਹੇ ਨੇ। ਉਸ ਦੌਰ 'ਚ ਖੜ੍ਹ ਕੇ ਗੱਲ ਕਰ ਰਹੇ ਨੇ ਜਦੋਂ ਹਿੰਦੁਸਤਾਨ ਦਾ ਸੋਸਾਇਟੀ ਦਾ ਬਿਲਕੁਲ ਨੋਰਮ ਹੈ ਕਿ ਵਿਅਕਤੀ ਤੇ ਵਿਅਕਤੀ ਬਰਾਬਰ ਨਹੀਂ ਹੁੰਦੇ। ਨੋਰਮ ਹੈ ਸੋਸਾਇਟੀ ਦਾ, ਵਿਅਕਤੀ ਇਸ ਆਧਾਰ ਦੇ ਉੱਤੇ ਤੈਅ ਕੀਤਾ ਜਾਣਾ ਕਿ ਉਹ ਕਿਹੜੇ ਘਰੇ ਜੰਮਿਆ, ਉਹ ਕਿਹੜੇ ਘਰ 'ਚ ਪੈਦਾ ਹੋਇਆ, ਕਿਹੜੀ ਕਾਸਟ 'ਚ ਪੈਦਾ ਹੋਇਆ, ਉੱਥੋਂ ਤੈਅ ਹੋਣਾ ਹੈ ਕਿ ਉਹ ਵਿਅਕਤੀ ਦੀ ਹੈਸੀਅਤ ਸਮਾਜ ਦੇ ਵਿੱਚ ਕੀ ਹੋਣੀ ਹੈ। ਸੋ ਡਾਕਟਰ ਸਾਹਿਬ ਦੇ ਸਾਹਮਣੇ ਜਿਹੜਾ ਸਭ ਤੋਂ ਪਹਿਲਾ ਪ੍ਰੋਜੈਕਟ ਸੀ, ਉਹਨਾਂ ਨੂੰ ਇਮੈਜਿਨ ਕਰੋ, ਉਹਨਾਂ ਨੂੰ ਸਭ ਤੋਂ ਕਿਉਂਕਿ ਵਿਦੇਸ਼ 'ਚ ਪੜ੍ਹੇ ਨੇ, ਉਹ ਇੰਗਲੈਂਡ 'ਚ ਗਏ ਨੇ, ਇੰਗਲੈਂਡ 'ਚ ਰਹੇ ਨੇ, ਤੇ ਇੰਗਲੈਂਡ ਉਸ ਵੇਲੇ ਡੈਮੋਕ੍ਰੇਸੀ ਦਾ ਬਹੁਤ ਉੱਤਮ ਅਵਸਥਾ ਜਿਹੜੀ ਹੈਗੀ ਆ ਉਹਦੇ ਦਾਅਵੇ ਕਰ ਰਿਹਾ ਹੈ। ਲੇਕਿਨ ਉਸ ਇੰਗਲੈਂਡ ਦੇ ਵਿੱਚ ਜਦੋਂ ਉਹ ਦੇਖਦੇ ਨੇ ਵੀ ਜਿਹੜੀ ਸਭ ਤੋਂ ਬੁਨਿਆਦੀ ਚੀਜ਼ ਹੈ ਇੰਗਲੈਂਡ ਦੇ ਲੋਕਾਂ ਨੂੰ ਹਾਸਲ ਹੈ, ਉਹ ਹੈ ਕਿ ਹਰ ਵਿਅਕਤੀ ਦੂਜੇ ਵਿਅਕਤੀ ਦੇ ਬਰਾਬਰ ਹੈ। ਸੰਵਿਧਾਨ ਦੀ ਨਜ਼ਰ 'ਚ ਵਿਅਕਤੀ ਦਾ ਬਰਾਬਰ ਹੋਣਾ, ਸਿਟੀਜ਼ਨਸ਼ਿਪ ਦਾ ਸੰਕਲਪ, ਇਹ ਆਪਣੇ ਆਪ ਦੇ ਵਿੱਚ ਸਭ ਤੋਂ ਮੂਲ ਗੱਲ ਹੈ। ਜਿਹੜਾ ਇੱਕ ਕਹਿ ਲਈਏ ਆਪਾਂ ਜਿਹੜਾ ਡਿਵਾਈਸ ਉਹ ਲੈ ਕੇ ਆਏ, ਜਿਹੜਾ ਬਾਅਦ ਚੋਂ ਫਿਰ ਉਹਨਾਂ ਨੇ ਕਨਸਟੀਟਿਊਸ਼ਨ ਦੇ ਰੂਪ ਦੇ ਵਿੱਚ ਵੀ ਐਨਵਰਸਾਈਜ਼ ਕੀਤਾ। ਜਿਹੜਾ ਤੁਸੀਂ ਇੱਕ ਗੱਲ ਕੀਤੀ ਹੈ ਨਾ ਵੀ ਡਾਕਟਰ ਭੀਮ ਰਾਓ ਅੰਬੇਦਕਰ ਨੇ ਪੂੰਜੀਵਾਦ ਦਾ ਕ੍ਰਿਟੀਕ ਨਹੀਂ ਕੀ ਰੱਖਿਆ, ਪਰ ਇੱਕ ਜਦੋਂ ਸੰਵਿਧਾਨ ਘੜਨੀ ਸਭਾ ਸੰਵਿਧਾਨ ਬਾਰੇ ਬਹਿਸ ਕਰ ਰਹੀ ਸੀ, ਉਸ ਸਮੇਂ ਜਿਹੜੇ ਹਿੰਦੁਸਤਾਨ ਦੇ ਵਿੱਚ ਸੋਸ਼ਲਿਸਟ ਪਾਰਟੀਆਂ ਸੀ ਉਹ ਇੱਕ ਵੱਖਰਾ ਵਿਊ ਲੈ ਕੇ ਵੀ ਆਈਆਂ ਸੀ ਜੀ, ਬਿਲਕੁਲ, ਤੇ ਜਿਹਨੂੰ ਡਾਕਟਰ ਭੀਮ ਰਾਓ ਅੰਬੇਦਕਰ ਨੇ ਕੰਡੈਮ ਕੀਤਾ। ਜਿਹੜੇ ਜਦੋਂ ਹਿੰਦੁਸਤਾਨ ਦੇ ਸੰਵਿਧਾਨ ਵਿੱਚ ਸੋਸ਼ਲਿਸਟ ਜਾਂ ਸੋਸ਼ਲਿਜ਼ਮ ਸ਼ਬਦ ਦੀ ਵਰਤੋਂ ਦਾ ਵੀ ਸਵਾਲ ਆਇਆ, ਤਾਂ ਇਹ ਸਭ ਤੋਂ ਪਹਿਲੇ ਡਾਕਟਰ ਭੀਮ ਰਾਓ ਅੰਬੇਦਕਰ ਸੀ ਜਿਨ੍ਹਾਂ ਨੇ ਕਿਹਾ ਵੀ ਹਿੰਦੁਸਤਾਨ ਦੇ ਵਿੱਚ ਇਹਦੀ ਕੋਈ ਲੋੜ ਨਹੀਂ ਹੈਗੀ। ਤੇ ਇਹ ਬਾਅਦ ਦੇ ਵਿੱਚ ਇੰਦਰਾ ਗਾਂਧੀ ਨੇ ਆ ਕੇ 1975-76 ਦੇ ਵਿੱਚ ਸੋਸ਼ਲਿਜ਼ਮ ਦੀ ਮਤਲਬ ਉਹ ਸ਼ਬਦ ਅਮੈਂਡਮੈਂਟ ਕਰਕੇ ਪਵਾਇਆ। ਮਤਲਬ ਉਹ ਇਸ ਨੂੰ ਮਤਲਬ ਜਿਹੜਾ ਸੋਸ਼ਲਿਜ਼ਮ ਤੋਂ ਜਾਂ ਜਿਹਨੂੰ ਆਰਥਿਕ ਬਰਾਬਰੀ ਦਾ ਕਨਸੈਪਟ ਲੈ ਕੇ ਦੇ ਰਹੇ ਸੀ ਲੋਕ, ਉਦੋਂ ਮਤਲਬ ਇਹਦਾ ਕਿਉਂ ਉਹਨਾਂ ਨੇ ਵਿਰੋਧ ਕੀਤਾ। ਇੱਕ ਆਪਾਂ ਚੀਜ਼ ਸਮਝੀਏ ਵੀ ਹਿੰਦੁਸਤਾਨ ਦੇ ਵਿੱਚ ਜਿਹੜੀ ਸੋਸ਼ਲਿਜ਼ਮ ਦੀ ਮੂਵਮੈਂਟ ਹੈ, ਇਹ ਉਹਦਾ ਕ੍ਰਿਟੀਕ ਕਹਿ ਲਈਏ ਜਾਂ ਕੁਛ ਵੀ ਕਹੀਏ, ਹਿੰਦੁਸਤਾਨ 'ਚ ਜਿਹੜੀ ਲੈਫਟ ਮੂਵਮੈਂਟ ਹੈ ਉਹ ਬਿਲਕੁਲ ਸ਼ੁਰੂ ਆਉਂਦੀ ਸਾਰ ਹੀ ਉਹ ਹਿੰਦੁਸਤਾਨ ਦੀ ਆਪਦੀ ਜਿਹੜੀ ਜ਼ਮੀਨੀ ਹਕੀਕਤ ਹੈ ਉਹ ਇਮੀਡੀਏਟ ਉਸ ਦੇ ਉੱਤੇ ਆਪਣੇ ਆਪ ਨੂੰ ਟਿਕਾਉਣ ਦੀ ਬਜਾਏ ਉਹ ਜਿਹੜੀ ਇੱਕ ਇਮੈਜਿਨਡ ਹਕੀਕਤ ਹੈ ਕਿ ਇੱਕ ਵਰਕਿੰਗ ਕਲਾਸ ਹੋਏਗੀ, ਉਸ ਵਰਕਿੰਗ ਕਲਾਸ ਨੂੰ ਅਸੀਂ ਯੂਨਾਈਟ ਕਰਾਂਗੇ ਤੇ ਉਹਨੂੰ ਲੈ ਕੇ ਅਸੀਂ ਇੱਕ ਕ੍ਰਾਂਤੀ ਕਰ ਦਿਆਂਗੇ ਤੇ ਸਾਰਿਆਂ ਨੂੰ ਬਰਾਬਰ ਕਰ ਦਿਆਂਗੇ, ਇਸ ਇਮੈਜੀਨੇਸ਼ਨ ਜਿਹੜੀ ਹੈਗੀ ਹੈ ਇਹਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਮਤਲਬ ਪੂਰਾ ਇਮਰਸ ਕੀਤਾ ਹੋਇਆ। ਤੇ ਇਸੇ ਦੌਰਾਨ ਡਾਕਟਰ ਭੀਮ ਰਾਓ ਅੰਬੇਦਕਰ ਹਿੰਦੁਸਤਾਨ ਦੀ ਸਮਾਜਿਕ ਹਾਲਤ ਨਾਲ ਜੂਝ ਰਹੇ ਨੇ। ਉਹ ਸਮਾਜਿਕ ਹਾਲਤ ਵੱਲ ਨੂੰ ਦੇਖ ਰਹੇ ਨੇ ਵੀ ਸਮਾਜਿਕ ਹਾਲਤ ਦੇ ਵਿੱਚ ਤਾਂ ਹਾਲਤ ਇਹ ਹੈ ਵੀ ਹਲੇ ਬੰਦਾ ਬੰਦੇ ਦੇ ਬਰਾਬਰ ਨਹੀਂ ਹੈ, ਕੈਪੀਟਲਿਜ਼ਮ ਤੇ ਦੂਰ ਦੀ ਗੱਲ ਰਹੇਗੀ, ਮਜ਼ਦੂਰ ਜਮਾਤ ਦੇ ਤੌਰ ਤੇ ਉਸਦੀ ਐਕਸਪਲੋਇਟੇਸ਼ਨ ਤਾਂ ਬਾਅਦ 'ਚ ਹੈ। ਉਹਨਾਂ ਨੇ ਬਕਾਇਦਾ ਇਹ ਜ਼ਿਕਰ ਕੀਤਾ ਇੱਕ ਜਗ੍ਹਾ, ਕਹਿੰਦੇ ਕਿ ਕਾਸਟ ਦੀ ਕੀ ਖਾਸੀਅਤ ਹੈ, ਕਾਸਟ ਵਰਕਿੰਗ ਕਲਾਸ ਨੂੰ, ਇਹ ਕਹਿੰਦੇ ਸੀ ਨਾ ਕਾਸਟ ਜਿਹੜੀ ਹੈ ਇੱਕ ਡਿਵੀਜ਼ਨ ਆਫ ਲੇਬਰ ਹੈ। ਉਹਨੇ ਕਿਹਾ ਡਿਵੀਜ਼ਨ ਆਫ ਲੇਬਰ ਨਹੀਂ ਹੈ, ਇਹ ਡਿਵੀਜ਼ਨ ਆਫ ਲੇਬਰਰਸ ਹੈ। ਹਿੰਦੁਸਤਾਨ 'ਚ ਲੇਬਰ ਕਰਨ ਵਾਲੇ ਹੀ ਦੋ ਵਿਅਕਤੀ ਆਪਣੇ ਆਪ ਨੂੰ ਬਰਾਬਰ ਨਹੀਂ ਸਮਝਦੇ ਜੇ ਉਹ ਡਿਫਰੈਂਟ ਕਾਸਟ ਦੇ ਨੇ। ਸੋ ਇੱਥੇ ਉਹ ਕਹਿੰਦਾ ਵੀ ਸਮਾਜ ਦਾ ਜਿਹੜਾ ਤੁਸੀਂ ਕਲਾਸ ਦਾ ਸੰਕਲਪ ਲੈਂਦੇ ਹੋ, ਉਹ ਕਲਾਸ ਤੇ ਹਿੰਦੁਸਤਾਨ 'ਚ ਹਲੇ ਪੈਦਾ ਹੀ ਨਹੀਂ ਹੋਈ। ਸੋ ਹਿੰਦੁਸਤਾਨ ਦੀ ਰਿਐਲਿਟੀ ਨੂੰ ਜੇ ਸਮਝਣਾ ਹੈ ਤਾਂ ਹਿੰਦੁਸਤਾਨ ਦੀ ਕਾਸਟ ਤੋਂ ਸ਼ੁਰੂ ਕਰਕੇ ਫਿਰ ਇਸ ਦੀ ਕਲਾਸ ਵੱਲ ਨੂੰ ਟ੍ਰਾਂਜੀਸ਼ਨ ਜਿਹੜੀ ਹਿੰਦੁਸਤਾਨ 'ਚ ਕੈਪੀਟਲਿਜ਼ਮ ਦੇ ਆਉਣ ਦੇ ਨਾਲ ਹੋਈ ਹੈ, ਉਸ ਤੋਂ ਬਾਅਦ ਹੀ ਸਮਝੀ ਜਾ ਸਕੂਗੀ। ਸੋ ਇਸ ਗੱਲ ਨੂੰ ਸਾਨੂੰ ਸਮਝਣਾ ਪਏਗਾ ਕਿ ਅੰਬੇਦਕਰ ਸਾਹਿਬ ਦਾ ਪ੍ਰੋਜੈਕਟ ਜਿਹੜਾ ਹੈਗਾ ਉਹ ਕਿਤੇ ਜ਼ਿਆਦਾ ਲਾਰਜ ਤੇ ਕਿਤੇ ਜ਼ਿਆਦਾ ਪ੍ਰਾਇਮਰੀ ਹੈ। ਸੋ ਉਹਨਾਂ ਦਾ ਜਿਹੜਾ ਐਨਹਾਈਲੇਸ਼ਨ ਆਫ ਕਾਸਟ ਹੈ ਉਹ, ਕਿਉਂਕਿ ਸੋਸ਼ਲਿਜ਼ਮ ਜਾਂ ਕਮਿਊਨਿਜ਼ਮ ਲੈਫਟ ਦੀ ਵਿਚਾਰਧਾਰਾ ਬਹੁਤ ਲੰਬੇ ਰੀਸੈਂਟਲੀ ਤੱਕ ਇਸ ਤਰ੍ਹਾਂ ਸੋਚਦੀ ਰਹੀ ਹੈ ਵੀ ਜਦੋਂ ਇਨਕਲਾਬ ਆ ਗਿਆ ਤਾਂ ਸਾਰਾ ਕੁਝ ਬਰਾਬਰ ਹੋ ਜਾਣਾ। ਐਸਾ ਨਹੀਂ ਕਿ ਉਹ ਬਰਾਬਰੀ ਨਹੀਂ ਚਾਹੁੰਦੇ, ਪਰ ਉਹਨਾਂ ਨੂੰ ਬਰਾਬਰੀ ਕਰਨ ਦੇ ਡਿਵਾਈਸ ਇਹ ਲੱਗਦਾ ਸੀ ਕਿ ਇਨਕਲਾਬ ਤੋਂ ਬਾਅਦ ਆਪਣੇ ਆਪ ਚੀਜ਼ਾਂ ਆਰਥਿਕ ਬਰਾਬਰੀ ਆਉਣ ਦੇ ਨਾਲ ਸਭ ਕੁਝ ਬਰਾਬਰ ਹੋ ਜਾਏਗਾ। ਲੇਕਿਨ ਇਹ ਤਾਂ ਸਾਨੂੰ ਵੀ ਸਮਝਣਾ ਪਿਆ
ਲੈਫਟ ਨੂੰ ਵੀ ਹਿੰਦੁਸਤਾਨ ਦੇ ਨੂੰ ਬਹੁਤ ਰੀਸੈਂਟਲੀ ਤੱਕ ਜਾ ਕੇ ਇਹ ਸਮਝਣਾ ਪਿਆ ਕਿ ਅਸਲ ਦੇ ਵਿੱਚ ਇੱਥੇ ਜਦ ਤੱਕ ਕਲਾਸ ਜਿਹੜੀ ਹੈਗੀ ਆ ਉਹ ਆਪਦੇ ਆਪ 'ਚ ਇੱਕ ਸ਼ੇਪ ਨਹੀਂ ਲੈ ਲੈਂਦੀ, ਜਦ ਤੱਕ ਕਾਸਟਾਂ ਜਿਹੜੀਆਂ ਨੇ ਉਹ ਆਪਣੇ ਆਪ ਦੇ ਵਿੱਚ ਇੱਕ ਪਾਵਰਫੁਲ ਜਿਹੜਾ ਸਮਾਜ ਦੇ ਵਿੱਚ ਇੱਕ ਮੀਡੀਅਮ ਹੈ ਲੋਕਾਂ ਦੇ ਆਪਣੇ ਆਪ ਨੂੰ ਰਿਸਪੌਂਸ ਕਰਨ ਦਾ, ਤਾਂ ਉਦੋਂ ਤੱਕ ਨਾ ਤਾਂ ਇੱਥੇ ਦੇ ਇਲੈਕਸ਼ਨ ਦੇ ਰਿਜ਼ਲਟ ਜਿਹੜੇ ਨੇ ਉਹ ਕਿਸੇ ਕਲਾਸ ਦੇ ਐਂਗਲ ਤੋਂ ਆ ਸਕਣੇ ਨੇ, ਨਾ ਹੀ ਕਿਸੇ ਹੋਰ ਸੋਸ਼ਲ ਮੂਵਮੈਂਟ ਦੇ ਵਿੱਚ ਹੀ ਕਲਾਸ ਜਿਹੜਾ ਪਰਸਪੈਕਟਿਵ ਆ ਉਹ ਸਿਰੇ ਤੱਕ ਲਿਜਾ ਸਕੇਗਾ। ਸੋ ਇਸ ਕਰਕੇ ਜੇ ਕਾਸਟ ਨੂੰ ਖਤਮ ਕਰਨ ਦਾ ਜਿਹੜਾ ਪ੍ਰੋਜੈਕਟ ਡਾਕਟਰ ਅੰਬੇਦਕਰ ਲੈ ਕੇ ਆਉਂਦੇ ਨੇ, ਜਦ ਤੱਕ ਤੁਸੀਂ ਉਸ ਨੂੰ ਪ੍ਰੋਜੈਕਟ ਨੂੰ ਐਨਹਾਈਲੇਸ਼ਨ ਆਫ ਕਾਸਟ ਨੂੰ ਹਿੰਦੁਸਤਾਨ 'ਚ ਸਮਝ ਨਹੀਂ ਸਕਦੇ, ਉਦੋਂ ਤੱਕ ਹਿੰਦੁਸਤਾਨ 'ਚ ਕਲਾਸ ਦੀ ਸ਼ੇਪ ਲੈਣਾ ਤੇ ਕਲਾਸ ਦੀ ਪੋਲਿਟਿਕਸ ਦਾ ਆਉਣਾ ਉਹ ਆਪਣੇ ਆਪ ਦੇ ਵਿੱਚ ਸੰਭਵ ਨਹੀਂ ਹੈ। ਉਹਨੂੰ ਉਹਦੇ ਉੱਤੇ ਖੜੇ ਹੋ ਕੇ ਤੁਸੀਂ ਇੱਕ ਗੱਲ ਕੀਤੀ ਹੈ ਵੀ ਹਿੰਦੁਸਤਾਨ ਦੇ ਵਿੱਚ ਉਸ ਸਮੇਂ ਮਤਲਬ ਪੋਲੀਟੀਕਲ ਸਿਚੁਏਸ਼ਨ ਸੀ ਜਿਹੜੀ ਉਹ ਆਪਾਂ ਇਹ ਕਹਿ ਲਓ ਵੀ ਸੋਸ਼ਲਿਜ਼ਮ ਦੇ ਆਦੇ ਵਾਲੀ ਜਾਂ ਉਸ ਤਰ੍ਹਾਂ ਦੀ ਨਹੀਂ ਸੀ ਵੀ ਉਦੋਂ ਤਾਂ ਸਮਾਜ ਆ ਜਿਹੜਾ ਬੜਾ ਜਾਤੀ ਪਾਤੀ ਤੌਰ 'ਤੇ ਵੰਡਿਆ ਹੋਇਆ ਉਸ ਤਰ੍ਹਾਂ ਸੀ ਵੀ ਉਹਦਾ ਸਭ ਤੋਂ ਪਹਿਲਾਂ ਉਹ ਹੱਲ ਜ਼ਰੂਰੀ ਸੀ ਵੀ ਜਿਹੜਾ ਮਤਲਬ ਬੰਦੇ ਨੂੰ ਬੰਦਾ ਬਰਾਬਰ ਸਮਝੇ ਜੀ। ਪਰ ਉਸੇ ਸਮੇਂ ਦੌਰਾਨ ਹਿੰਦੁਸਤਾਨ ਦੇ ਵਿੱਚ ਕਈ ਲੈਫਟ ਮੂਵਮੈਂਟਾਂ ਵੀ ਉੱਠੀਆਂ ਹੋਈਆਂ, ਜਿਵੇਂ ਤੇਲੰਗਾਨਾ ਦੀ ਸਰਭਾਗਾ ਦੀ, ਤੇ ਉਹ ਤੋਂ 2 ਸਾਲ ਬਾਅਦ ਮਤਲਬ 1949 ਦੇ ਵਿੱਚ ਪੰਜਾਬ ਦੇ ਵਿੱਚ ਲਾਲ ਪਾਰਟੀ ਦੀ ਮੂਵਮੈਂਟ ਵੀ ਬੜੀ ਮਤਲਬ ਉੱਠੀ ਹੈ ਤੇਜਾ ਸਿੰਘ ਸੁਤੰਤਰ ਦੀ ਅਗਵਾਈ 'ਚ। ਤੇ ਇਸ ਤਰ੍ਹਾਂ ਮਤਲਬ ਜਿਹੜੀਆਂ ਮਤਲਬ ਹੋਰ ਵੱਡੀਆਂ ਬਗਾਵਤਾਂ ਵੀ ਉਹਦੇ ਖਿਲਾਫ ਮਤਲਬ ਜਿਹੜਾ ਬਸਤੀਵਾਦ ਦੇ ਖਿਲਾਫ ਉੱਠੀਆਂ, ਜਿਹਦੇ 'ਚੋਂ ਆਪਾਂ ਨੇਵੀ ਦੀ ਬਗਾਵਤ ਜਿਹਨੂੰ ਮੈਂ ਸਮਝਦਾ ਵੀ ਇੱਕ ਬਰਤਾਨਵੀ ਸਾਮਰਾਜ ਦੇ ਬਾਹਰ ਜਾਣ ਦੇ ਵਿੱਚ ਬੜਾ ਵੱਡਾ ਰੋਲ ਨਿਭਾਇਆ ਉਸ ਮੂਵਮੈਂਟ ਨੇ। ਤੇ ਉਸ ਮੂਵਮੈਂਟ ਦੇ ਵਿੱਚ ਵੀ ਜਿਹੜੇ ਲੀਡਰ ਸੀ ਉਹਨਾਂ ਦੇ ਖਿਲਾਫ ਵੀ ਜਦੋਂ ਬਰਤਾਨਵੀ ਜਾਂ ਉਹਨਾਂ ਹਕੂਮਤ ਨੇ ਉਹ ਲਏ ਨਾ, ਉਦੋਂ ਵੀ ਇਸ ਤਰ੍ਹਾਂ ਦੀ ਸਿਚੁਏਸ਼ਨ ਤਾਂ ਸੀਗੀ ਵੀ ਹਾਲਾਤ ਇਹ ਮੰਗ ਕਰਦੇ ਸੀ। ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਸੋਸ਼ਲਿਸਟ ਵਿਚਾਰਾਂ ਦੇ ਪ੍ਰਤੀ ਜਿਹੜੇ ਡਾਕਟਰ ਅੰਬੇਦਕਰ ਸੀ ਨਾ ਉਹ ਕੋਈ ਅੰਦਰੋਂ ਇਹਦੇ ਨਾਲ ਬਿਲਕੁਲ ਵੀ ਸਹਿਮਤੀ ਨਾ ਰੱਖਣ ਵਾਲੇ ਬੰਦੇ। ਦੇਖੋ ਮੈਨੂੰ ਇਹ ਲੱਗਦਾ ਹੈ ਵੀ ਇਹ ਗੱਲ ਸਹਿਮਤੀ ਰੱਖਣਾ ਜਾਂ ਨਾ ਰੱਖਣਾ ਇਹ ਅੰਬੇਦਕਰ ਉਹਨਾਂ ਨੂੰ ਸਮਝਣ ਵਾਸਤੇ ਕੋਈ ਲਿਟਮਸ ਟੈਸਟ ਨਹੀਂ ਹੈ। ਜਦੋਂ ਆਪਾਂ ਇਸ ਤਰ੍ਹਾਂ ਦੇਖਣਾ ਸ਼ੁਰੂ ਕਰਾਂਗੇ ਕਿ ਉਹਨਾਂ ਦਾ ਸੋਸ਼ਲਿਜ਼ਮ ਪ੍ਰਤੀ ਕੀ ਵਿਚਾਰ ਸੀ ਜਾਂ ਉਹਨਾਂ ਦਾ ਕੈਪੀਟਲਿਜ਼ਮ ਪ੍ਰਤੀ ਕੀ ਵਿਚਾਰ ਸੀ, ਤਾਂ ਮੈਨੂੰ ਲੱਗਦਾ ਫਿਰ ਆਪਾਂ ਅੰਬੇਦਕਰ ਦੇ ਜੋ ਰੀਅਲ ਵਿਚਾਰ ਸੀ ਉਹਨਾਂ ਦਾ ਮੁਲਾਂਕਣ ਨਹੀਂ ਕਰ ਪਾਵਾਂਗਾ। ਜੇ ਉਹਨਾਂ ਦਾ ਰੀਅਲ ਮੁਲਾਂਕਣ ਕਰਨਾ ਹੈ ਤਾਂ ਆਪਾਂ ਨੂੰ ਸਮਝਣਾ ਪੈਣਾ ਕਿ ਜਿਹੜਾ ਉਹਨਾਂ ਦਾ ਪ੍ਰੋਜੈਕਟ ਹੈ ਉਹਦੀ ਹਿੰਦੁਸਤਾਨ ਦੀ ਜੇ ਮੈਂ ਇੱਕ ਲੈਫਟਿਸਟ ਦੇ ਤੌਰ 'ਤੇ ਵੀ ਗੱਲ ਕਰਾਂ ਤਾਂ ਸਾਡਾ ਜਿਹੜਾ ਇਨਕਲਾਬ ਦਾ ਪ੍ਰੋਜੈਕਟ ਹੈ ਉਹਦੇ ਵਾਸਤੇ ਅੰਬੇਦਕਰ ਦਾ ਪ੍ਰੋਜੈਕਟ ਇੱਕ ਲਾਂਚਿੰਗ ਪੈਡ ਹੈ, ਉਸ ਤੋਂ ਬਿਨਾਂ ਅਗਲਾ ਸਟੈਪ ਨਹੀਂ ਚੱਕਿਆ ਜਾ ਸਕਦਾ। ਇਸ ਰੂਪ 'ਚ ਮੁਲਾਂਕਣ ਕਰਨ ਦੀ ਮੈਨੂੰ ਲੱਗਦਾ ਸਖਤ ਲੋੜ ਹੈ। ਦੂਜੀ ਗੱਲ ਇਹ ਕਿ ਜਿਹੜੀ ਮਾਡਰਨਾਈਜੇਸ਼ਨ ਹੈ, ਮਾਡਰਨਿਜ਼ਮ ਜਿਹਨੂੰ ਅਸੀਂ ਕਹਿੰਦੇ ਹਾਂ, ਮਾਡਰਨਿਜ਼ਮ ਜੋ ਹਿੰਦੁਸਤਾਨ ਦੇ ਵਿੱਚ ਬਿਲਕੁਲ ਐ ਸਮਝ ਲਈਏ ਆਪਾਂ ਵੀ ਹਲੇ ਵੀ ਪੂਰੀ ਤਰ੍ਹਾਂ ਨਹੀਂ ਆਇਆ। ਜਦੋਂ ਮਾਡਰਨਿਜ਼ਮ ਦੀ ਗੱਲ ਕਰਦੇ ਹਾਂ ਤਾਂ ਉਹ ਹਿੰਦੁਸਤਾਨ ਵਾਸਤੇ ਇੱਕ ਜਮਹੂਰੀ ਇਨਕਲਾਬ ਵਰਗੀ ਕੋਈ ਚੀਜ਼ ਸੀ ਜਿਹੜਾ ਹਿੰਦੁਸਤਾਨ ਦੇ ਵਿੱਚ ਪੂਰਾ ਨਹੀਂ ਹੋਇਆ, ਅੱਜ ਤੱਕ ਨਹੀਂ ਹੋਇਆ ਪੂਰਾ। ਤਾਂ ਅੰਬੇਦਕਰ ਸਾਹਿਬ ਉਹਨਾਂ ਨੂੰ ਇਸ ਰੂਪ 'ਚ ਦੇਖਣਾ ਕਿ ਜੋ ਰੋਲ ਜੇ ਆਪਾਂ ਕਹਿ ਲਈਏ ਚੀਨ ਦੇ ਵਿੱਚ ਡਾਕਟਰ ਸੁਨੀਅਤ ਸੇਨ ਦੀ ਮੂਵਮੈਂਟ ਦਾ ਸੀ, ਕਿਉਂਕਿ ਸਾਡਾ ਗਵਾਂਢੀ ਹੈ ਬਿਲਕੁਲ ਏਸ਼ੀਆ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਬਹੁਤ ਵੱਡਾ ਖਿੱਤਾ ਨਾਲ ਦਾ ਹੀ ਸਾਡੇ ਉਸੇ ਹੀ ਦੌਰ 'ਚ ਸਿਮਿਲਰ ਹਾਲਤਾਂ 'ਚੋਂ ਲੰਘ ਰਿਹਾ ਹੈ। 1949 ਦੇ ਵਿੱਚ ਉਹਨਾਂ ਨੂੰ ਆਜ਼ਾਦੀ ਮਿਲੀ ਹੈ, 47 ਸਾਨੂੰ ਮਿਲੀ ਹੈ, ਤੇ ਪਛੜਿਆ ਹੋਇਆ ਮਤਲਬ ਕਹਿ ਲਈਏ ਖੇਤੀ ਦਾ ਢਾਂਚਾ ਉਹਨਾਂ ਕੋਲ ਉਹੋ ਜਿਹਾ ਹੀ ਸਾਡੇ ਕੋਲ ਸੀ। ਸੋ ਉੱਥੇ ਜੋ ਰੋਲ ਸੁਨੀਅਤ ਸੇਨ ਹੋਣਾ ਦਾ ਸੀ ਕਿ ਉੱਥੇ ਦੀ ਸੁਸਾਇਟੀ ਨੂੰ ਜਮਹੂਰੀਕਰਨ ਦੇ ਰਸਤੇ 'ਤੇ ਤੋਰਨਾ, ਡੈਮੋਕ੍ਰੇਸੀ ਦੇ ਰਸਤੇ 'ਤੇ ਤੋਰਨਾ, ਉਹ ਰੋਲ ਮੈਂ ਕਹਿੰਦਾ ਕਿ ਹਿੰਦੁਸਤਾਨ 'ਚ ਜੇ ਕਿਸੇ ਦਾ ਲੱਭਣਾ ਹੋਏਗਾ ਤਾਂ ਸਾਨੂੰ ਡਾਕਟਰ ਅੰਬੇਦਕਰ ਦਾ ਮਿਲੇਗਾ, ਜਿਹੜੇ ਹਿੰਦੁਸਤਾਨ ਦੀ ਬਹੁਤ ਮੂਲ ਜਿਹੜਾ ਕੰਟਰਾਡਿਕਸ਼ਨ ਹੈ ਕਿ ਜਗੀਰਦਾਰੀ ਦਾ ਜਿਹੜਾ ਬੇਸਿਕ ਆਧਾਰ ਹੈ ਜਾਤ ਪਾਤ ਅਤੇ ਛੂਆ-ਛੂਤ, ਉਹ ਜਿਹਦੇ ਤੋਂ ਉਹਨੂੰ ਬਹੁਤ ਫਰੀ ਪੂਲ ਆਫ ਲੇਬਰ ਮਿਲਦਾ, ਜਿਹਦੇ 'ਚ ਉਹਨੂੰ ਡਿਵਾਈਡਡ ਲੇਬਰ ਕਲਾਸ ਮਿਲਦੀ ਹੈ। ਸੋ ਉਹ ਸਾਰੇ ਮਸਲੇ ਨੂੰ ਹੀ ਮਤਲਬ ਸੈਂਟਰ ਸਟੇਜ 'ਤੇ ਲਿਆਉਣਾ ਸਮਾਜਿਕ ਕ੍ਰਾਂਤੀ ਦਾ, ਉਹਨੂੰ ਬੇਸ ਬਣਾਉਣਾ, ਇਹ ਅਸੀਂ ਸਮਝਦੇ ਹਾਂ ਵੀ ਉਹ ਸਟੈਪ ਹੈ। ਉਸ ਤੋਂ ਨੈਕਸਟ ਸਟੈਪ ਕੋਈ ਹੋਏਗਾ ਕਿ ਜਦੋਂ ਅਸੀਂ ਆਪਣਾ ਇੱਕ ਸਿਸਟਮ ਉਸਾਰਨ ਦੀ ਗੱਲ ਕਰਾਂਗੇ ਵੀ ਠੀਕ ਹੈ ਉਹਨਾਂ ਦਾ ਸਿਸਟਮ ਰੱਦ ਕਰਨਾ, ਜਗੀਰਦਾਰੀ ਖਤਮ ਕਰਨੀ ਹੈ, ਜਾਤ ਪਾਤ ਖਤਮ ਕਰਨੀ ਹੈ, ਉਹ ਕਿਹੋ ਜਿਹਾ ਹੋਏਗਾ ਸਿਸਟਮ। ਹੋ ਸਕਦਾ ਉੱਥੇ ਜਾ ਕੇ ਇਹ ਬਹਿਸ ਜਿਹੜੀ ਹੈਗੀ ਹੈ ਕਿ ਅਗਲਾ ਸਟੈਪ ਕੀ ਹੋਵੇ, ਆਰਥਿਕ ਸਿਸਟਮ ਕਿਹੋ ਜਿਹਾ ਹੋਵੇ, ਉਹ ਬਹਿਸ ਹੀ ਇੱਕ ਅਲੱਗ ਬਹਿਸ ਹੈ ਜਿਹੜੀ ਕਿ ਜਿੱਥੇ ਸਮਾਜਵਾਦ ਖੜਦਾ ਹੈ। ਅੱਜ ਅਸੀਂ ਜੇ ਦੇਖਣਾ ਹੋਵੇ ਜਿੱਥੇ ਹਿੰਦੁਸਤਾਨ ਦੀ ਸੁਸਾਇਟੀ ਖੜੀ ਹੈ, ਅੱਜ ਡਾਕਟਰ ਅੰਬੇਦਕਰ ਉਹਨਾਂ ਨੇ ਜਿਹੜੀ ਸਭ ਤੋਂ ਵੱਡੀ ਸੰਵਿਧਾਨ ਦੇ ਵਿੱਚ ਇੱਕ ਮਤਲਬ ਇਹਨਾਂ ਗਰੀਬ ਲੋਕਾਂ ਦੇ ਲਈ ਜਾਂ ਜਿਹੜਾ ਡਾਊਨ ਟੂ ਅਰਥ ਤਬਕਾ ਸੀ ਉਹਦੇ ਲਈ ਰਿਜ਼ਰਵੇਸ਼ਨ ਦਾ ਇੱਕ ਬੜਾ ਵੱਡਾ ਮਸਲਾ ਉਹਨਾਂ ਨੇ ਉਹ ਕੀਤਾ। ਅਤੇ ਉਹ ਮਸਲੇ ਨੂੰ ਜੇ ਆਪਾਂ ਅੱਜ ਦੇਖੀਏ ਵੀ ਉਹਨਾਂ ਦੀ ਜਿਹੜੀ ਸੋਚ ਸੀ ਅਤੇ ਉਹ ਸੋਚ ਦੀ ਪ੍ਰਾਪਤੀ ਹੈ ਜਿਹੜੀ ਅੱਜ ਦੇ ਪ੍ਰਸੰਗ 'ਚ ਅੱਜ ਸਾਨੂੰ
70 71 ਸਾਲ ਹੋ ਗਏ ਨੇ ਉਹ ਸਮੇਂ ਲੰਘੇ ਨੂੰ, ਵੀ ਅੱਜ ਉਹਦੀ ਪ੍ਰਾਪਤੀ ਹੈ ਜਿਹੜੀ ਮਤਲਬ ਜਿਹਨੂੰ ਆਪਾਂ ਕਹਿ ਲਈਏ ਵੀ ਸੋਸ਼ਲ ਚੇਂਜ ਉਸ ਰਿਜ਼ਰਵੇਸ਼ਨ ਨਾਲ ਸੋਸ਼ਲ ਚੇਂਜ ਹੋਈ ਜਾਂ ਨਹੀਂ ਹੋਈ, ਜਾਂ ਅਜੇ ਵੀ ਉਹ ਜਾਤ ਪਾਤ ਦੀ ਕੰਟਰਡਿਕਸ਼ਨ ਉਸੇ ਤਰ੍ਹਾਂ ਦੀ ਖੜੀ ਹੈ, ਵੀ ਅੱਜ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਦੇਖੋ, ਪਹਿਲੀ ਗੱਲ ਤਾਂ ਆਪਾਂ ਇਹ ਦੇਖੀਏ ਵੀ ਜਾਤ ਪਾਤ ਦੇ ਮਾਮਲੇ ਦੇ ਉੱਤੇ ਜਦੋਂ ਇੱਕ ਰਿਜ਼ਰਵੇਸ਼ਨ ਦਾ ਮਾਮਲਾ ਲਿਆਂਦਾ ਜਾਂਦਾ ਹੈ, ਉਸ ਦੇ ਵਿੱਚ ਜਾਤ ਪਾਤ ਨੂੰ ਐਨਹਾਈਲੇਸ਼ਨ ਆਫ ਕਾਸਟ ਦਾ ਜੇ ਆਪਾਂ ਪ੍ਰੋਜੈਕਟ ਪੜ੍ਹੀਏ ਅੰਬੇਦਕਰ ਉਹਨਾਂ ਦਾ, ਤਾਂ ਉਹ ਉਹਨਾਂ ਦਾ ਕਿਤੇ ਨਹੀਂ ਕਹਿਣਾ ਹੈਗਾ ਵੀ ਅਸੀਂ ਥਰੂ ਰਿਜ਼ਰਵੇਸ਼ਨ ਟੋਟਲ ਕਾਸਟ ਸਿਸਟਮ ਨੂੰ ਐਨਹਾਈਲੇਟ ਕਰ ਦਾਂਗੇ। ਲੇਕਿਨ ਉਹ ਇਹ ਜ਼ਰੂਰ ਸਮਝਦੇ ਸੀ ਕਿ ਉਸ ਵੇਲੇ ਦਾ ਜੇ ਕੋਈ ਪੋਲੀਟੀਕਲ ਡਿਵਾਈਸ ਹੋ ਸਕਦਾ ਸੀ, ਜਿਹਨੂੰ ਜੇ ਅਸੀਂ ਪੋਲੀਟੀਕਲ ਸਾਇੰਸ, ਕਿਉਂਕਿ ਅੰਬੇਦਕਰ ਸਾਹਿਬ ਪੜ੍ਹੇ ਲਿਖੇ ਬਹੁਤ ਸੀਗੇ, ਪੋਲੀਟੀਕਲ ਸਾਇੰਸ ਦੇ ਵਿੱਚ ਇੱਕ ਇੰਪੋਰਟੈਂਟ ਡਿਵਾਈਸ ਹੈ ਜਿਹਦਾ ਨਾਮ ਹੈਗਾ ਪੋਜ਼ਿਟਿਵ ਡਿਸਕ੍ਰਿਮੀਨੇਸ਼ਨ। ਸੋ ਪੋਜ਼ਿਟਿਵ ਡਿਸਕ੍ਰਿਮੀਨੇਸ਼ਨ ਇੱਕ ਮੈਥਡ ਹੈ, ਦੁਨੀਆ 'ਚ ਵਰਤਿਆ ਜਾਂਦਾ ਹੈ ਕਿ ਜਦੋਂ ਅਸੀਂ ਸਮਝਦੇ ਹਾਂ ਕੋਈ ਇੱਕ ਕਮਿਊਨਿਟੀ ਜਾਂ ਕੋਈ ਇੱਕ ਹਿੱਸਾ ਪਾਪੂਲੇਸ਼ਨ ਦਾ ਉਹ ਹਿਸਟੋਰੀਕਲੀ ਪਿੱਛੇ ਰਹਿ ਗਿਆ ਹੋਵੇ ਕਿਸੇ ਦੌੜ 'ਚ, ਤਾਂ ਜਦੋਂ ਉਸ ਨੂੰ ਆਪਾਂ ਨੇ ਦੂਜੀ ਸੁਸਾਇਟੀ ਦੇ ਨਾਲ ਰਲਾਉਣਾ ਤਾਂ ਸਾਨੂੰ ਕੁਛ ਦੇਰ ਲਈ ਪੋਜ਼ਿਟਿਵ ਡਿਸਕ੍ਰਿਮੀਨੇਸ਼ਨ ਕਰਨੀ ਪਏਗੀ। ਸੋ ਹਿੰਦੁਸਤਾਨ 'ਚ ਪੋਜ਼ਿਟਿਵ ਡਿਸਕ੍ਰਿਮੀਨੇਸ਼ਨ ਦਾ ਇੱਕ ਮਾਡਲ ਰਿਜ਼ਰਵੇਸ਼ਨ ਦੇ ਰੂਪ 'ਚ ਡਾਕਟਰ ਸਾਹਿਬ ਲੈ ਕੇ ਆਏ, ਜਿਹਨੇ ਬਿਨਾਂ ਸ਼ੱਕ ਹਿੰਦੁਸਤਾਨ ਦੇ ਸਮਾਜ ਨੂੰ ਬਹੁਤ ਵੱਡੀ ਦੇਣ ਹੈ। ਅੱਜ ਵੀ ਅਸੀਂ ਕਹੀਏ ਐਸੇ ਸਟੂਡੈਂਟਸ ਸਾਨੂੰ ਮਿਲਦੇ ਨੇ ਅੱਜ ਵੀ ਜਿਹੜੇ ਬਹੁਤ ਕਮਾਲ ਦੇ ਟੈਲੈਂਟ ਰੱਖਦੇ ਨੇ, ਅਤੇ ਜੇ ਉਹਨਾਂ ਨੂੰ ਰਿਜ਼ਰਵੇਸ਼ਨ ਨਾ ਮਿਲੀ ਹੁੰਦੀ ਤਾਂ ਉਹਨਾਂ ਦਾ ਆਪਦਾ ਮੰਨਣਾ ਕਿ ਅਸੀਂ ਨਹੀਂ ਸੀ ਪੜ੍ਹ ਸਕਣਾ, ਅਸੀਂ ਨਹੀਂ ਸੀ ਹੋਣਾ। ਸੋ ਇਹ ਸਭ ਚੀਜ਼ਾਂ ਰਿਜ਼ਰਵੇਸ਼ਨ ਦੀ ਬਹੁਤ ਵੱਡੀ ਦੇਣ ਜਿਹੜੀ ਹੈਗੀ ਸੋਸਾਇਟੀ 'ਚ ਅੱਜ ਵੀ ਖੜੀ ਹੈ, ਜਿਹਦੇ ਕਰਕੇ ਰਿਜ਼ਰਵੇਸ਼ਨ ਅੱਜ ਵੀ ਹਿੰਦੁਸਤਾਨ, ਕਿਉਂਕਿ ਹੋਰ ਕੁਝ ਨਹੀਂ ਆਇਆ। ਜਾਂ ਤਾਂ ਇਹ ਹੁੰਦਾ ਨਾ ਕਿ ਹਿੰਦੁਸਤਾਨ ਦੇ ਵਿੱਚ ਰਿਜ਼ਰਵੇਸ਼ਨ ਤੋਂ ਵੀ ਸੋਲਿਡ, ਉਸ ਤੋਂ ਵੀ ਕੋਈ ਤਕੜਾ ਜਿਹੜਾ ਹੈਗਾ ਸੋਸ਼ਲ ਅਤੇ ਪੋਲੀਟੀਕਲ ਚੇਂਜ ਹੋ ਜਾਂਦਾ, ਜਿਸ ਤੋਂ ਬਾਅਦ ਸਾਨੂੰ ਇਹ ਲੱਗ ਜਾਂਦਾ ਵੀ ਹੁਣ ਸਾਡੇ ਕੋਲ ਉਦੋਂ ਸਟਰੋਂਗ ਡਿਵਾਈਸ ਆ ਗਿਆ ਜਿਹਦੇ ਨਾਲ ਅਸੀਂ ਜਿਹੜਾ ਦਲਿਤ ਕਮਿਊਨਿਟੀਆਂ ਨੇ, ਹਿੰਦੁਸਤਾਨ ਦਾ 37% ਪਾਪੂਲੇਸ਼ਨ ਹੈ, ਛੋਟੀ ਮੋਟੀ ਨਹੀਂ। ਸੋ ਉਸ 37% ਪਾਪੂਲੇਸ਼ਨ ਨੂੰ ਪਲੱਸ ਜਦੋਂ ਟਰਾਈਬਲਸ ਦੀ ਗੱਲ ਆਪਾਂ ਨਾਲ ਕਰਦੇ ਹਾਂ, ਉਹਨੂੰ ਸਾਰੇ ਨੂੰ ਬਰਾਬਰ ਲਿਆ ਖੜਨ ਵਾਸਤੇ ਸਾਡੇ ਕੋਲ ਮਜ਼ਬੂਤ ਔਜ਼ਾਰ ਹੋਰ ਆ ਜਾਂਦੇ ਪੋਲੀਟੀਕਲ, ਜਿਹੜੇ ਕਿ ਨਹੀਂ ਆਏ, ਉਹ ਸਗੋਂ ਡਿਵੀਕ ਹੋਏ। ਬਲਕਿ ਰਿਜ਼ਰਵੇਸ਼ਨ ਨੂੰ ਵੀ ਸਕਿਊਡ, ਜਿਹੜਾ ਤੁਸੀਂ ਸਵਾਲ ਵੱਲ ਇਸ਼ਾਰਾ ਵੀ ਕਰ ਰਹੇ ਹੋ ਜਾਂ ਹੋਰ ਲੋਕ ਵੀ ਕਹਿੰਦੇ ਨੇ, ਕਦੀ ਕਹਿੰਦੇ ਨੇ ਕਿ ਕਰੀਮੀ ਲੇਅਰ ਇੱਕ ਬਣ ਗਈ ਹੈ, ਕਦੀ ਇਹ ਕਿਹਾ ਜਾਂਦਾ ਵੀ ਰਿਜ਼ਰਵੇਸ਼ਨ ਦਾ ਫਾਇਦਾ ਕੁਝ ਇੱਕ ਲੋਕ ਹੀ ਲੈ ਗਏ। ਇਹ ਸਾਰੀਆਂ ਚੀਜ਼ਾਂ ਕਿਵੇਂ ਹੋਈਆਂ? ਇਹ ਇਸ ਪੂਰੇ ਨਿਜ਼ਾਮ ਨੇ ਕਦੀ ਚਾਹਿਆ ਹੀ ਨਹੀਂ ਕਿ ਰਿਜ਼ਰਵੇਸ਼ਨ ਨੂੰ ਢੰਗ ਨਾਲ ਜਿਹੜਾ ਹੈਗਾ ਦਲਿਤ ਕਮਿਊਨਿਟੀਆਂ ਦੇ ਹਿੰਦੁਸਤਾਨ ਦੀ ਬਾਕੀ ਸੁਸਾਇਟੀਜ਼ ਦੇ ਬਰਾਬਰ ਆਉਣ ਵਾਸਤੇ ਵਰਤਿਆ ਜਾਵੇ। ਇਸ ਕਰਕੇ ਉਹਨੂੰ ਵਰਤੇ ਹੀ ਨਹੀਂ ਜਾਣ ਦਿੱਤਾ ਗਿਆ ਉਸ ਤਰੀਕੇ ਨਾਲ। ਸੋ ਉਹਦੇ ਵਿੱਚ ਵੀ ਖੋਟ ਰਲਾਈ ਗਈ, ਉਹਦੇ ਵਿੱਚ ਵੀ ਉਸ ਦੀ ਮਿਸਯੂਜ਼ਸ ਕੀਤੇ ਗਏ। ਸੋ ਅਸੀਂ ਸਮਝਦੇ ਉਹ ਢਾਂਚੇ ਦੀ ਪ੍ਰੋਬਲਮ ਹੈ, ਰਿਜ਼ਰਵੇਸ਼ਨ ਦੀ ਪ੍ਰੋਬਲਮ ਨਹੀਂ ਹੈ, ਉਹ ਹਿੰਦੁਸਤਾਨ ਦੀ ਬਾਕੀ ਦੇ ਸਿਸਟਮ ਦੀ ਪ੍ਰੋਬਲਮ ਹੈ। ਸੋ ਇਸ ਕਰਕੇ ਬਾਕੀ ਦਾ ਸਿਸਟਮ ਕਦੀ ਨਹੀਂ ਚਾਹੇਗਾ ਕਿ ਰਿਜ਼ਰਵੇਸ਼ਨ ਸਕਸੈਸਫੁਲ ਹੋਵੇ, ਲੇਕਿਨ ਜਦ ਸਾਡੇ ਕੋਲ ਉਸ ਤੋਂ ਸਟਰੋਂਗ ਔਜ਼ਾਰ ਨਹੀਂ ਹੈ ਤਾਂ ਉਦੋਂ ਤੱਕ ਰਿਜ਼ਰਵੇਸ਼ਨ ਕਿਸੇ ਵੀ ਹਾਲਤ ਦੇ ਵਿੱਚ ਉਹਦਾ ਇਸ ਤਰ੍ਹਾਂ ਦਾ ਕੋਈ ਕ੍ਰਿਟੀਕ ਕਰਕੇ, ਜਿਵੇਂ ਪਹਿਲਾਂ ਸਰਕਾਰੀ ਅਦਾਰਿਆਂ ਦੇ ਨਾਲ ਕੀਤਾ ਗਿਆ ਕਿ ਪਹਿਲਾਂ ਸਰਕਾਰੀ ਅਦਾਰਿਆਂ ਨੂੰ ਕਰਪਟ ਹੋਣ ਦਿੱਤਾ ਗਿਆ, ਫਿਰ ਉਹਨੂੰ ਉਸੇ ਕਰਪਸ਼ਨ ਦਾ ਨਾਂ ਲੈ ਕੇ ਉਹਨਾਂ ਨੂੰ ਖਤਮ ਕਰਕੇ ਪ੍ਰਾਈਵੇਟਾਈਜੇਸ਼ਨ। ਸੋ ਉਹ ਫਾਰਮੂਲਾ ਰਿਜ਼ਰਵੇਸ਼ਨ ਦੇ ਨਾਲ ਕੁਝ ਲੋਕ ਲਾਗੂ ਕਰਨਾ ਚਾਹੁੰਦੇ ਨੇ ਕਿ ਪਹਿਲਾਂ ਰਿਜ਼ਰਵੇਸ਼ਨ ਨੂੰ ਮਿਸਯੂਜ਼ ਕਰਕੇ ਖਰਾਬ ਕੀਤਾ ਗਿਆ, ਫਿਰ ਉਸ ਤੋਂ ਬਾਅਦ ਹੁਣ ਉਸੇ ਰਿਜ਼ਰਵੇਸ਼ਨ ਨੂੰ ਉਸੇ ਲੌਜਿਕ ਦੇ ਨਾਲ ਖਤਮ ਕਰ ਦੇਣ। ਇੱਕ ਇਹਦੇ ਨਾਲ ਲੱਗਦਾ ਹੀ ਸਵਾਲ ਹੈ, ਇਹ ਸੁਸਾਇਟੀ ਦੇ ਵਿੱਚ ਬਾਰ-ਬਾਰ ਇਹ ਖੜਾ ਹੁੰਦਾ ਹੈ ਜੀ ਵੀ ਕੀ ਰਿਜ਼ਰਵੇਸ਼ਨ ਹੈ ਜਿਹੜੀ ਉਹ ਜਾਤ ਦੇ ਆਧਾਰ ਤੋਂ ਹੋਣੀ ਚਾਹੀਦੀ ਹੈ ਜਾਂ ਉਹ ਇਕਨੋਮਿਕ ਆਧਾਰ ਤੇ ਹੋਣੀ ਚਾਹੀਦੀ ਹੈ। ਵੀ ਗਰੀਬ ਕੋਈ ਵੀ ਹੈ, ਭਾਵੇਂ ਉਹ ਜਾਤੀ ਉਹਦੀ ਕੋਈ ਹੈ, ਉਹਦੇ 'ਚ ਕਰੀਮੀ ਲੇਅਰ ਆਪਣੇ ਆਪ ਬਾਹਰ ਹੋ ਜਾਂਦੀ ਹੈ। ਤੇ ਜੇ ਕੋਈ ਜਨਰਲ ਵਰਗ ਦਾ ਬੰਦਾ ਗਰੀਬ ਹੈ ਤਾਂ ਮਤਲਬ ਜਿਹੜਾ ਆਧਾਰ ਹੈ ਇਹਦਾ ਜਸਟੀਫਾਈਡ ਆਧਾਰ ਕੀ ਮੰਨਦੇ ਆਪਾਂ? ਦੇਖੋ, ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਆਰਥਿਕ ਰਿਜ਼ਰਵੇਸ਼ਨ ਦੀ ਗੱਲ ਕੀਤੀ ਜਾਂਦੀ ਹੈ, ਉਹ ਅਸਲ ਦੇ ਵਿੱਚ ਹਿੰਦੁਸਤਾਨ ਦੀ ਜਿਹੜੀ ਇਹ ਕਾਸਟ ਦੀ ਡਿਸਕ੍ਰਿਮੀਨੇਸ਼ਨ ਹੈ, ਇਹ ਉਹਨੂੰ ਨਜ਼ਰਅੰਦਾਜ਼ ਕਰਨ ਵਾਸਤੇ ਹੀ ਕੀਤੀ ਜਾਂਦੀ ਹੈ, ਉਹਦਾ ਟਾਰਗੇਟ ਹੀ ਉਹਨੂੰ ਹੈ। ਜਦਕਿ ਰਿਜ਼ਰਵੇਸ਼ਨ ਪਿਓਰਲੀ ਟਾਰਗੇਟਿਡਲੀ ਸਿਰਫ ਤੇ ਸਿਰਫ ਕਾਸਟ ਕੁਐਸਚਨ ਨੂੰ ਹੀ ਐਡਰੈਸ ਕਰਦਾ ਹੈ, ਤੇ ਉਹਦੀ ਲੋੜ ਹੈ। ਉਸ ਤੋਂ ਇਲਾਵਾ ਮੰਨ ਲਓ ਲੋਕ ਗਰੀਬ ਨੇ, ਉਹਨਾਂ ਦੀ ਮਦਦ ਕਿਵੇਂ ਕੀਤੀ ਜਾਣੀ ਚਾਹੀਦੀ ਹੈ, ਉਹਨਾਂ ਵਾਸਤੇ ਰੁਜ਼ਗਾਰ ਕਿਵੇਂ ਪੈਦਾ ਕੀਤਾ ਜਾਣਾ ਚਾਹੀਦਾ ਹੈ, ਲੇਕਿਨ ਉੱਥੇ ਉਹਨਾਂ ਦੇ ਨਾਲ ਐਸਾ ਤਾਂ ਨਹੀਂ ਹੋਇਆ ਕਿ ਉਹ ਸਦੀਆਂ ਤੋਂ ਐਸੀ ਕਿਸੇ ਕਾਸਟ ਦੇ ਵਿੱਚ ਪੈਦਾ ਹੋਏ ਨੇ ਜਿਹਨੂੰ ਦੇਖਦੀ ਸਾਰ ਜਾਣਦੀ ਸਾਰ ਉਹਦੇ ਹੱਥ ਦਾ ਪਾਣੀ ਨਹੀਂ ਕੋਈ ਪੀਏਗਾ। ਇਹ ਤਾਂ ਨਹੀਂ ਹੋਇਆ ਨਾ ਉਹਨਾਂ ਨਾਲ। ਉਹ ਆਰਥਿਕ ਤੌਰ 'ਤੇ ਪਿਛੜੇ ਹੋਏ ਨੇ, ਤਾਂ ਆਰਥਿਕ ਤੌਰ 'ਤੇ ਪਿਛੜੇ ਹੋਇਆਂ ਨੂੰ ਚੁੱਕਣ ਵਾਸਤੇ ਉਹਨਾਂ ਨੂੰ ਐਜੂਕੇਸ਼ਨ, ਉਹਨਾਂ ਦੇ ਵਾਸਤੇ ਜੋਬ ਦਾ ਇੰਤਜ਼ਾਮ, ਉਹਨਾਂ ਵਾਸਤੇ ਕੋਈ ਅਨਇੰਪਲੋਇਮੈਂਟ ਅਲਾਊਂਸ ਹੋ ਸਕਦਾ ਹੈ, ਉਹਨਾਂ ਵਾਸਤੇ ਬਹੁਤ ਕੁਝ ਹੋਰ ਹੋ ਸਕਦਾ ਹੈ। ਲੇਕਿਨ ਜਿਹੜਾ ਪੋਜ਼ਿਟਿਵ ਡਿਸਕ੍ਰਿਮੀਨੇਸ਼ਨ ਦਾ ਡਿਵਾਈਸ ਬਣਿਆ ਹੀ ਕਾਸਟ ਨੂੰ ਐਡਰੈਸ ਕਰਨ ਵਾਸਤੇ ਹੈ, ਕਿਸੇ ਹਿੱਸੇ ਦੇ ਸਦੀਆਂ ਤੋਂ ਪਛੜੇਵੇਂ ਨੂੰ ਐਡਰੈਸ ਕਰਨ ਵਾਸਤੇ ਜਿਹੜਾ ਹਿੱਸਾ, ਜਿਹੜੀ ਚੀਜ਼ ਬਣੀ ਹੈ, ਉਹਨੂੰ ਸਾਰਿਆਂ ਵਾਸਤੇ ਆਮ ਕਰ ਦੇਣ ਦਾ ਮਤਲਬ ਹੈ ਅਸਲ 'ਚ ਇਸ ਹਿੱਸੇ ਦੇ ਨੂੰ ਉਸ ਤੋਂ ਵਾਂਝਾ ਕਰ ਦੇਣਾ। ਇੱਕ ਡਾਕਟਰ ਸਾਹਿਬ ਬਾਰੇ ਇੱਕ ਕੁਐਸਚਨ ਆਮ ਮਤਲਬ ਇਹ ਵੀ ਉਠਾਇਆ ਜਾਂਦਾ ਹੈ ਵੀ ਜਦੋਂ ਉਹਨਾਂ ਨੇ ਸੰਵਿਧਾਨ ਬਣਾਇਆ ਜੀ, ਸੰਵਿਧਾਨ ਬਣਾਉਣ ਵੇਲੇ ਉਹਨਾਂ ਨੇ ਜਿਹੜੀ ਜਾਤ ਰਿਜ਼ਰਵੇਸ਼ਨ ਵਾਲਾ ਤਾਂ ਉਹਨਾਂ ਨੇ ਬਹੁਤ ਇਹਨੂੰ ਵਧੀਆ ਢੰਗ ਨਾਲ ਪਲੀਡ ਕੀਤਾ, ਪਰ ਜਿਹੜੀਆਂ ਮਿਨੋਰਟੀਜ਼ ਸੀ, ਖਾਸ ਕਰਕੇ ਰਿਲੀਜੀਅਸ
ਤੇ ਭਾਸ਼ਾਈ ਮਿਨੋਰਟੀ ਸੀ, ਉਹਨਾਂ ਬਾਰੇ ਉਹਨਾਂ ਨੇ ਚੁੱਪ ਵੱਟੀ। ਮਤਲਬ ਹਿੰਦੁਸਤਾਨ ਦੇ ਕਨਸਟੀਟਿਊਸ਼ਨ ਦੇ ਵਿੱਚ ਮਿਨੋਰਟੀ ਸ਼ਬਦ ਜਿਹੜਾ ਰਿਲੀਜੀਅਸ ਮਿਨੋਰਟੀ ਤੇ ਦੂਜੀ ਮਿਨੋਰਟੀ ਜਿਹੜੀ ਕਿ ਇੱਕ ਫੈਕਟ ਸੀ, ਤੇ ਜਿਹੜੀਆਂ ਅੱਜ ਬਾਰ-ਬਾਰ ਸਾਡੇ ਸਾਹਮਣੇ ਆ ਰਿਹਾ ਵੀ ਹਿੰਦੂ ਬਹੁਲਵਾਦ ਹੈ ਜਿਹੜਾ ਉਹ ਮੁਸਲਿਮ ਮਿਨੋਰਟੀ ਨੂੰ ਕਿਵੇਂ ਉਹਦੇ ਤੇ ਨੰਗੇ ਚਿੱਟੇ ਹਮਲੇ ਕਰਦਾ। ਤੇ ਇਹ ਉਦੋਂ ਵਿਧਾਨ ਸਭਾ ਜਿਹੜੀ ਵਿਧਾਨ ਘੜਨੀ ਉਹ ਸੀਗੀ ਸਭਾ ਸੀ, ਉਹਦੇ ਵਿੱਚ ਇਹ ਸਵਾਲ ਉਦੋਂ ਵੀ ਕੀਤੇ ਜਾਂਦੇ ਸੀ ਵੀ ਉਦੋਂ ਅਸੀਂ ਇਹਦਾ ਮੁਕਾਬਲਾ ਕਿਵੇਂ ਕਰਾਂਗੇ। ਉਹ ਸਿੱਖ ਘੱਟ ਗਿਣਤੀ ਬਾਰੇ ਵੀ ਸੀ, ਈਸਾਈਆਂ ਬਾਰੇ ਵੀ। ਮਤਲਬ ਉਦੋਂ ਇਹਦੇ ਤੇ ਦਾਅਵ ਨਹੀਂ ਦਿੱਤੀ। ਇਹ ਬੜਾ ਲੰਬਾ ਸਮੇਂ ਤੋਂ ਲੜਨ ਬਾਅਦ ਇੱਕ ਜਿਹੜਾ ਮਿਨੋਰਟੀਜ਼ ਕਮਿਸ਼ਨ 1992-93 ਚ ਆ ਕੇ ਬਣਾਇਆ, ਤੇ ਉਦੋਂ ਪਹਿਲਾਂ ਇਹ ਮਿਨੋਰਟੀਜ਼ ਦਾ ਇਸ਼ੂ ਬਹੁਤ ਡਿਲੀਟ, ਮਤਲਬ ਜਿਵੇਂ ਆਪਾਂ ਇਹਨੂੰ ਕਹਿ ਲਓ ਵੀ ਬਹੁਤ ਘਟਾ ਕੇ ਪੇਸ਼ ਕੀਤਾ ਗਿਆ, ਵੀ ਸਿੰਪਲ ਮਿਨੋਰਟੀਜ਼ ਸ਼ਬਦ ਵਰਤਿਆ ਗਿਆ, ਵੀ ਭਾਸ਼ਾਈ ਮਿਨੋਰਟੀ, ਪਛੜੀ ਮਤਲਬ ਜਿਵੇਂ ਆਪਾਂ ਕਹਿ ਲਓ ਇਲਾਕਾਈ ਮਿਨੋਰਟੀ ਤੇ ਰਿਲੀਜੀਅਸ ਮਿਨੋਰਟੀ ਦਾ ਜ਼ਿਕਰ ਨਹੀਂ ਕਿਤੇ ਸੰਵਿਧਾਨ 'ਚ ਕੀਤਾ ਗਿਆ। ਦੇਖिए ਇੱਕ ਗੱਲ ਆਪਾਂ ਸਮਝੀਏ, ਡਾਕਟਰ ਅੰਬੇਦਕਰ ਜਿਹੜੇ ਨੇ ਉਹ ਇੱਕ ਕਮੇਟੀ ਹੈ, ਜਿਹੜੀ ਕਮੇਟੀ ਦੇ ਉਹ ਚੇਅਰਪਰਸਨ ਨੇ ਸੰਵਿਧਾਨ ਬਣਾਉਣ ਵਾਸਤੇ ਜਿਹੜੀ ਕਮੇਟੀ ਬਣੀ ਹੈ। ਤੇ ਜੇ ਆਪਾਂ ਇਹ ਕਹੀਏ ਕਿ ਡਾਕਟਰ ਅੰਬੇਦਕਰ ਦੀ ਹੀ ਜ਼ਿੰਮੇਵਾਰੀ ਸੀ ਸਾਰੇ ਦੇ ਸਾਰੇ ਸਵਾਲ ਚੁੱਕਣੇ, ਉਹ ਇੱਕ ਪੂਰੀ ਕਮੇਟੀ ਦਾ ਜੌਬ ਹੈ। ਆਪਾਂ ਇਹ ਵੀ ਜਾਣਦੇ ਹਾਂ, ਜਦੋਂ ਆਪਾਂ ਬਹਿਸਾਂ ਪੜ੍ਹਦੇ ਹਾਂ ਉਸ ਕਮੇਟੀ ਦੇ ਵਿੱਚ ਜਿਹੜੀਆਂ ਹੋਈਆਂ, ਬਹੁਤ ਵੱਡੀ ਗਿਣਤੀ 'ਚ ਐਸੇ ਪ੍ਰਪੋਜ਼ਲ ਸੀਗੇ ਜਿਨ੍ਹਾਂ ਦਾ ਡਾਕਟਰ ਅੰਬੇਦਕਰ ਨੇ ਬਹੁਤ ਜ਼ੋਰ ਲਗਾ ਕੇ ਫਾਰਵਰਡ ਕੀਤੇ, ਲੇਕਿਨ ਰੱਦ ਕੀਤੇ ਗਏ ਉਹਨਾਂ ਦੇ ਪ੍ਰਪੋਜ਼ਲ। ਬਹੁਤ ਸਾਰੇ ਨੇ ਜਿਨ੍ਹਾਂ ਨੂੰ ਬਿਲਕੁਲ ਮਤਲਬ ਦਰਕਿਨਾਰ ਕਰ ਦਿੱਤਾ ਗਿਆ, ਤੇ ਜਿਨ੍ਹਾਂ ਕਰਕੇ ਡਾਕਟਰ ਅੰਬੇਦਕਰ ਉਸ ਤੋਂ ਅਸਤੀਫਾ ਦੇਣ ਤੱਕ ਵੀ ਮਤਲਬ ਨੌਬਤ ਜਿਹੜੀ ਹੈਗੀ ਉਹ ਆਉਂਦੀ ਰਹੀ। ਸੋ ਇਸ ਕਰਕੇ ਇਹਦੇ ਤੇ ਮੈਂ ਅੰਬੇਦਕਰ ਸਾਹਿਬ ਨੂੰ ਜੱਜ ਕਰਨ ਦੀ ਬਜਾਏ ਮੈਂ ਅਦਰਵਾਈਜ਼ ਸਮਝਾਂਗਾ ਕਿ ਹਿੰਦੁਸਤਾਨ ਦਾ ਇੱਕ ਬਹੁਤ ਹੀ ਸੈਂਟਰਲਾਈਜ਼ਡ ਬ੍ਰਾਹਮਣਿਕਲ ਢਾਂਚਾ ਹੈ। ਹਿੰਦੁਸਤਾਨ ਜਿਹੜਾ ਇਹ ਬਹੁਤ ਕੇਂਦਰਵਾਦੀ ਬ੍ਰਾਹਮਣਵਾਦੀ ਢਾਂਚਾ ਹੈ, ਜਿਹਦੇ ਵਿੱਚ ਇਹ ਜਿਹੜਾ ਆਈਡੀਆ ਹੈ, ਚਾਹੇ ਦਲਿਤ ਦਾ ਆਈਡੀਆ, ਤੁਸੀਂ ਦੇਖੋ ਨਾ ਕਿੰਨਾ ਜ਼ਿਆਦਾ ਕੰਟਰਾਡਿਕਸ਼ਨ ਇਸ ਗੱਲ ਵਾਸਤੇ ਰਹੀ ਕਿ ਇਲੈਕਟੋਰੇਟ ਡਿਫਰੈਂਟ ਨਹੀਂ ਕਰਨ ਦੇਣੀ, ਇਹਦੇ ਨਾਲ ਹਿੰਦੂ ਡਿਵਾਈਡ ਹੋ ਜਾਣਗੇ। ਬੜਾ ਲੰਬਾ ਇਸ ਦੇ ਉੱਤੇ ਸਟਰਗਲ ਚੱਲੀ, ਸਾਈਮਨ ਕਮਿਸ਼ਨ ਤੋਂ ਲੈ ਕੇ ਹੋਰ ਸਾਰਾ। ਤੇ ਇਸੇ ਤਰੀਕੇ ਦੀ ਹੀ ਇਹ ਕੁਐਸਚਨ ਹੈ ਜਿਹੜਾ ਬਾਕੀ ਮਿਨੋਰਿਟੀਜ਼ ਦਾ ਸੀ। ਸੋ ਜ਼ਰੂਰ ਅਸੀਂ ਇਸ ਗੱਲ ਨੂੰ ਸਮਝੀਏ ਕਿ ਮਿਨੋਰਿਟੀਜ਼ ਦਾ ਕੁਐਸਚਨ ਨਹੀਂ ਉੱਠਣ ਦਿੱਤਾ ਗਿਆ ਉਸ ਵੇਲੇ, ਉਹ ਹਿੰਦੁਸਤਾਨ ਦੇ ਢਾਂਚੇ ਦੀ ਹੀ ਇੱਕ ਢਾਂਚਾਗਤ ਪ੍ਰੋਬਲਮ ਹੈ। ਉਹਦੇ ਤੇ ਆਪਾਂ ਹਜੇ ਡਾਕਟਰ ਅੰਬੇਦਕਰ ਨੂੰ ਉਸਦੇ ਉੱਤੇ ਕਿਵੇਂ ਜੱਜ ਕਰਨਾ ਹੈ, ਮੈਨੂੰ ਲੱਗਦਾ ਇਹ ਹਲੇ ਹੋਰ ਜ਼ਿਆਦਾ ਖੋਜ ਦਾ ਵਿਸ਼ਾ ਹੈ। ਬਟ ਕਿਉਂਕਿ ਜਿਹੜਾ ਉਹਨਾਂ ਦਾ ਆਪਦਾ USP ਸੀ, ਜਿਹੜਾ ਆਪਦਾ ਉਹਨਾਂ ਦਾ ਪੂਰਾ ਮਤਲਬ ਐਕਸਪਰਟੀਜ਼ ਹੈ, ਉਹ ਜਿਸ ਕੰਮ ਦੇ ਉੱਤੇ ਹੈ ਉਹ ਹੈ ਡੈਮੋਕ੍ਰੇਟਾਈਜੇਸ਼ਨ ਹਿੰਦੁਸਤਾਨ ਦੀ ਸੋਸਾਇਟੀ ਦੀ, ਜਿਹਦੇ ਤੇ ਉਹਨਾਂ ਨੇ ਬੜਾ ਲਾਜਵਾਬ ਕੰਮ ਕੀਤਾ ਵੀ ਹੈ। ਇੱਕ ਇੰਪੋਰਟੈਂਟ ਸਵਾਲ ਹੈ ਵੀ ਅੱਜ ਸੋਸਾਇਟੀ ਜਿੱਥੇ ਹੈ, ਜਿਹੋ ਜਿਹੇ ਪੋਲੀਟੀਕਲ ਕੰਟਰਾਡਿਕਸ਼ਨ ਨੇ, ਇਹਦੇ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਦੀ ਵਿਚਾਰਧਾਰਾ ਨੂੰ ਜੇ ਤੁਸੀਂ ਸਾਕਾਰ ਰੂਪ ਦੇ ਵਿੱਚ ਪ੍ਰਫੁੱਲਿਤ ਕਰਨਾ ਚਾਹੁੰਦੇ ਹੋ ਤਾਂ ਅੱਜ ਦੇ ਮਾਹੌਲ ਦੇ ਵਿੱਚ ਮਤਲਬ ਕੀ ਪੋਲੀਟੀਕਲ ਗੱਠਜੋੜ ਕੀ ਹੋਣ, ਤੇ ਜਿੱਥੇ ਜਿਹੋ ਜਿਹੀ ਕਮਿਊਨਲ ਪੋਲਿਟਿਕਸ ਫੈਲੀ ਹੋਈ ਹੈ, ਤੇ ਉਹਦੇ ਮੁਕਾਬਲੇ 'ਚ ਡਾਕਟਰ ਅੰਬੇਦਕਰ ਦੀ ਵਿਚਾਰਧਾਰਾ ਦੀ ਕੀ ਭੂਮਿਕਾ ਹੈ? ਦੇਖੋ ਅਸੀਂ ਇੱਕ ਕੁਝ ਦੇਰ ਪਹਿਲਾਂ ਨਾਅਰਾ ਸੁਣਦੇ ਸੀਗੇ, ਨੌਜਵਾਨਾਂ ਨੇ ਦਿੱਤਾ ਸੀ, ਉਹ ਸੀ ਨਏ ਹਿੰਦੁਸਤਾਨ ਕੇ ਵਾਸਤੇ ਭਗਤ ਸਿੰਘ ਔਰ ਅੰਬੇਦਕਰ ਕੇ ਰਾਸਤੇ। ਇਹ ਮੈਨੂੰ ਬੜਾ ਇੰਟਰਸਟਿੰਗ ਨਾਅਰਾ ਲੱਗਿਆ ਜਦੋਂ ਮੈਂ ਪਹਿਲੀ ਵਾਰੀ ਸੁਣਿਆ, ਕਿਉਂਕਿ ਭਗਤ ਸਿੰਘ ਤੇ ਅੰਬੇਦਕਰ ਨੂੰ ਬਹੁਤ ਲੋਕੀ ਕੰਟਰਾਡਿਕਸ਼ਨ 'ਚ ਪੁੱਟ ਕਰਦੇ ਨੇ ਵੀ ਜਿਵੇਂ ਉਹਨਾਂ ਦਾ ਕੋਈ ਵਿਰੋਧ ਹੋਵੇ, ਕਿਉਂਕਿ ਭਗਤ ਸਿੰਘ ਬਹੁਤ ਹੀ ਟਿਪੀਕਲੀ ਲੈਫਟ ਦੇ ਕਹਿ ਲਓ ਕਮਿਊਨਿਸਟ ਕੈਂਪ ਦੇ ਬੰਦੇ ਸੀਗੇ, ਤੇ ਅੰਬੇਦਕਰ ਸਾਹਿਬ ਜਿਹੜੇ ਨੇ ਉਹ ਦਲਿਤ ਰਿਐਲਿਟੀਜ਼ ਦੀ ਮਤਲਬ ਚੈਂਪੀਅਨ ਨੇ, ਤੇ ਕਿਤੇ ਨਾ ਕਿਤੇ ਕੁਝ ਸਵਾਲਾਂ ਤੇ ਮਤਲਬ ਓਪੋਜ਼ਿਟ ਸਟੈਂਡਸ ਵੀ ਲਏ ਨੇ। ਤੇ ਇਹਨਾਂ ਦੋਨਾਂ ਦਾ ਰਸਤਾ ਇੱਕ ਕਿਵੇਂ ਹੋ ਸਕਦਾ, ਇਹ ਬੜਾ ਉਦੋਂ ਕੁਐਸਚਨ ਆਇਆ। ਤੇ ਜਦੋਂ ਅਸੀਂ ਇਸ ਨੂੰ ਸਟੱਡੀ ਕਰ ਰਹੇ ਸੀ ਤਾਂ ਬੜਾ ਇੰਟਰਸਟਿੰਗ ਮੈਨੂੰ ਚੀਜ਼ ਇਹ ਲੱਗੀ ਕਿ ਅੰਬੇਦਕਰ ਦੱਸਦੇ ਨੇ ਕਿ ਮਾੜੀਆਂ ਤੋਂ ਮਾੜੀਆਂ ਹਾਲਤਾਂ ਦੇ ਵਿੱਚ ਵੀ ਜਿਉਂਦੇ ਹੋਏ ਦੁਨੀਆ ਦੇ ਉਥਾਨ ਵਾਸਤੇ ਰਸਤਾ ਲੱਭਣਾ ਇਹ ਕਿਵੇਂ ਕੀਤਾ ਜਾਂਦਾ ਹੈ। ਤੇ ਭਗਤ ਸਿੰਘ ਸਾਨੂੰ ਦੱਸਦੇ ਨੇ ਵੀ ਕਿਸੇ ਉੱਚੇ ਆਦਰਸ਼ ਨੂੰ ਮਿੱਥ ਕੇ ਤੇ ਉਹਦੇ ਵਾਸਤੇ ਜੀਵਨ ਨੂੰ ਕੁਰਬਾਨ ਤੱਕ ਕਰ ਦੇਣਾ ਇਹ ਕਿਵੇਂ ਕੀਤਾ ਜਾਂਦਾ ਹੈ। ਸੋ ਸਾਨੂੰ ਲੱਗਦਾ ਵੀ ਇਹਨਾਂ ਦੋਨਾਂ ਗੱਲਾਂ ਦੀ ਕੋਈ ਕੰਟਰਾਡਿਕਸ਼ਨ ਨਹੀਂ। ਸਮਾਜਵਾਦ ਦਾ ਜਿਹਨੇ ਹਿੰਦੁਸਤਾਨ 'ਚ ਸੁਪਨਾ ਲਿਆ, ਉਹਨੇ ਸਭ ਤੋਂ ਬੁਨਿਆਦੀ ਚੀਜ਼ ਜਿਹੜਾ ਸ਼ਬਦ ਉਹਦੇ ਦਿਮਾਗ 'ਚ ਆਇਆ ਉਹ ਹੈ ਬਰਾਬਰਤਾ। ਤੇ ਜਦੋਂ ਬਰਾਬਰਤਾ ਦੀ ਗੱਲ ਕੋਈ ਸਿਸਟਮ ਡਿਵਾਈਸ ਕਰਦਾ ਹੈ, ਜੇ ਨਾਨਕ ਸਾਹਿਬ ਤੁਰੇ ਹਿੰਦੁਸਤਾਨ 'ਚ ਇਤਿਹਾਸਕ ਤੌਰ 'ਤੇ, ਜਿਨ੍ਹਾਂ ਨੂੰ ਅੱਜ ਅਸੀਂ ਆਪਣੇ ਮਤਲਬ ਪੀਰਾਂ ਪੈਗੰਬਰਾਂ ਦੇ ਤੌਰ 'ਤੇ ਮੰਨਦੇ ਹਾਂ, ਤੇ ਉਹਨਾਂ ਨੇ ਵੀ ਸਭ ਤੋਂ ਜਿਹੜੀ ਬੁਨਿਆਦੀ ਚੀਜ਼ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਸੋ ਬਰਾਬਰ ਦੀ ਵੰਡ ਦਾ ਸਵਾਲ, ਬਰਾਬਰਤਾ ਦਾ ਸਵਾਲ ਤੇ ਸਮਾਜਿਕ ਬਰਾਬਰੀ ਦਾ ਸਪੈਸੀਫਿਕ ਕੁਐਸਚਨ ਜਿਹੜਾ ਅਛੂਤ ਦੇ ਮਾਮਲੇ ਦੇ ਵਿੱਚ ਅੰਬੇਦਕਰ ਉਹਨਾਂ ਨੇ ਉਠਾਇਆ। ਸੋ ਇਹ ਸਾਰੇ ਕੁਐਸਚਨਾਂ ਦਾ ਕੋਈ ਸਾਨੂੰ ਇਕੱਠਾ ਕਰਨਾ ਪੈਣਾ ਹੈ। ਤੇ ਜੋ ਅੱਜ ਦੀ ਜਿਸ ਤਰ੍ਹਾਂ ਤੁਸੀਂ ਸਵਾਲ ਨੂੰ ਫਰੇਮ ਕੀਤਾ ਵੀ ਜੋ ਅੱਜ ਦੇ ਸਮੇਂ 'ਚ, ਅੱਜ ਦਾ ਸਮਾਂ ਕੀ ਹੈ? ਅੱਜ ਦਾ ਸਮਾਂ ਇੱਕ ਬਹੁਤ ਹੀ ਸਟਰੋਂਗ ਜਿਹੜਾ ਬ੍ਰਹਿਮਨਿਕਲ ਸੈਂਟਰ ਸੀ ਹਿੰਦੁਸਤਾਨ ਦਾ, ਅੱਜ ਉਹ ਡਾਇਰੈਕਟਲੀ ਪੋਲੀਟਿਕਸ ਨੂੰ ਕਮਾਂਡ ਕਰਨ ਲੱਗ ਪਿਆ।
ਅੱਜ ਉਹ ਪੋਲੀਟਿਕਸ ਦੇ ਉੱਤੇ ਆਪਣਾ ਰੰਗ ਚਾੜਨ ਲੱਗ ਗਿਆ। ਅੱਜ ਪੋਲੀਟਿਕਸ ਦੀ ਸੈਫਰਨਾਈਜੇਸ਼ਨ, ਐਜੂਕੇਸ਼ਨ ਦੀ ਸੈਫਰਨਾਈਜੇਸ਼ਨ, ਅੱਜ ਹਰ ਫੀਲਡ ਦੀ ਪੂਰਾ ਇੱਕ ਫਾਸਟਿਸਟ ਜਿਹੜਾ ਸਟਰਕਚਰ ਹਿੰਦੁਸਤਾਨ 'ਚ ਉਹ ਬਿਲਡ ਕੀਤਾ ਜਾ ਰਿਹਾ ਹੈ। ਹਰ ਕਿਸਮ ਦੀ ਮਿਨੋਰਿਟੀ ਨੂੰ ਦੱਬਿਆ ਜਾ ਰਿਹਾ ਹੈ, ਚਾਹੇ ਭਾਸ਼ਾਈ ਹੈ, ਚਾਹੇ ਇਲਾਕਾਈ ਹੈ, ਚਾਹੇ ਧਾਰਮਿਕ ਹੈ। ਹਰ ਕਿਸਮ ਦੀ ਘੱਟ ਗਿਣਤੀ, ਹਰ ਈਵਨ ਦਲਿਤਾਂ ਨੂੰ ਧੱਕੇ ਨਾਲ ਮਤਲਬ ਹਿੰਦੂ ਮੈਜੋਰਿਟੀ ਦਾ ਪਾਰਟ ਸਾਬਤ ਕਰਨਾ, ਈਵਨ ਸਿੱਖਾਂ ਨੂੰ ਹਿੰਦੂ ਮੈਜੋਰਿਟੀ ਦਾ ਪਾਰਟ ਸਾਬਤ ਕਰ ਦੇਣਾ, ਬੁੱਧਿਸਟਾਂ ਨੂੰ ਹਿੰਦੂਆਂ ਦੇ ਵਿੱਚ ਹੀ ਗਾਇਬ ਕਰ ਦੇਣਾ, ਜੈਨਿਜ਼ਮ ਨੂੰ ਖਤਮ ਕਰਕੇ ਹਿੰਦੂ ਸਨਾਤਨੀ ਪਰੰਪਰਾ ਦਾ ਪਾਰਟ ਬਣਾ ਕੇ ਸ਼ੋਅ ਕਰ ਦੇਣਾ, ਕਿਸੇ ਨੂੰ ਵਿਸ਼ਨੂੰ ਦਾ ਅਵਤਾਰ ਬਣਾ ਦੇਣਾ, ਕਿਸੇ ਨੂੰ ਕਿਸੇ ਦਾ ਅਵਤਾਰ। ਸੋ ਇਹ ਜਿਹੜਾ ਇੱਕ ਪ੍ਰੋਸੈਸ ਪੂਰਾ ਚੱਲ ਰਿਹਾ ਹੈ। ਅਤੇ ਉਸ ਦੌਰਾਨ ਜਿਹੜਾ ਕੌਨਸਟੀਟਿਊਸ਼ਨ ਅੰਬੇਦਕਰ ਉਹਨਾਂ ਨੇ ਬਣਾਇਆ, ਉਸ ਕੌਨਸਟੀਟਿਊਸ਼ਨ ਨੂੰ ਠੀਕ ਉਸਦੇ ਆਪਦੇ ਆਸ਼ੇ ਦੇ ਹੀ ਉਲਟ ਖੜਾ ਕਰ ਦੇਣਾ, ਆਪਦੇ ਸਪਿਰਿਟ ਦੇ ਹੀ ਉਲਟ ਖੜਾ ਕਰ ਦੇਣਾ। ਸੋ ਉਹ ਦੌਰ ਚੱਲ ਰਿਹਾ ਹੈ। ਸੋ ਲਾਜ਼ਮੀ ਇਸ ਦੌਰ ਦੇ ਵਿੱਚ ਸਾਰੀਆਂ ਮਿਨੋਰਿਟੀਜ਼ ਦਾ ਕੁਐਸਚਨ ਚੱਕਣ ਵਾਲੇ ਲੋਕ, ਦਲਿਤਾਂ ਦਾ ਸਵਾਲ ਚੱਕਣ ਵਾਲੇ ਲੋਕ ਅਤੇ ਸਮਾਜਵਾਦੀ ਬਰਾਬਰੀ ਦੀ ਗੱਲ ਕਰਨ ਵਾਲੇ ਲੋਕ, ਸਾਰਿਆਂ ਨੂੰ ਇੱਕ ਮੰਚ 'ਤੇ ਇਕੱਠੇ ਹੋ ਕੇ ਹਿੰਦੁਸਤਾਨ ਨੂੰ, ਨਵਾਂ ਹਿੰਦੁਸਤਾਨ ਰੀਸ਼ੇਪ ਜਿਹੜਾ ਹੈਗਾ, ਇੱਕ ਮਤਲਬ ਮਾਡਰਨਾਈਜੇਸ਼ਨ ਦਾ ਪ੍ਰੋਜੈਕਟ ਫੇਲ ਹੋ ਗਿਆ। ਚਾਹੇ ਉਹ ਡਾਕਟਰ ਅੰਬੇਦਕਰ ਉਹਨਾਂ ਨੇ ਸੋਚਿਆ ਸੀਗਾ ਵੀ ਇਹ ਹਿੰਦੁਸਤਾਨ ਇੱਕ ਰੀਅਲ ਮਾਡਰਨ ਕੰਟਰੀ ਬਣੂਗਾ, ਚਾਹੇ ਉਹ ਗਾਂਧੀ ਉਹਨਾਂ ਨੇ ਸੋਚਿਆ ਸੀਗਾ, ਲੇਕਿਨ ਮਾਡਰਨਿਜ਼ਮ ਦਾ ਪ੍ਰੋਜੈਕਟ ਸਾਨੂੰ ਫਾਸਿਜ਼ਮ 'ਚ ਲੈ ਵੜਿਆ। ਉਹ ਸਾਰੇ ਪ੍ਰੋਜੈਕਟ ਨੂੰ ਇਕੱਠਾ ਕਰਕੇ ਮੋਦੀ ਨੇ ਇਕੱਠਾ ਕਰਕੇ ਪਾਤਾ RSS ਦੇ ਝੋਲੀ। ਸੋ ਮਾਡਰਨਿਜ਼ਮ ਦਾ ਪ੍ਰੋਜੈਕਟ ਹਿੰਦੁਸਤਾਨ 'ਚੋਂ ਫੇਲ ਹੋਇਆ। ਉਹਦੀ ਜਗ੍ਹਾ ਇੱਕ ਨਵਾਂ ਮਾਡਰਨਿਜ਼ਮ ਜਿਹੜਾ ਹੈਗਾ ਕੋਈ, ਉਹ ਇੱਕ ਨਵੀਂ ਕਿਸਮ ਦਾ ਮਾਡਰਨਿਜ਼ਮ, ਮੈਂ ਸਮਝਦਾ ਵੀ ਉਹ ਸਮਾਜਵਾਦੀ ਮਾਡਰਨਿਜ਼ਮ ਹੋਏਗਾ। ਉਸ ਦਾ ਜਿਹੜਾ ਕਰਕਸ ਹੈ ਉਹ ਇਹ ਪੂੰਜੀਵਾਦ ਦਾ ਮਾਡਰਨਿਜ਼ਮ ਸੀ ਜਿਹੜਾ ਫੇਲ ਹੋਇਆ, ਇਹ ਸਾਨੂੰ ਫਾਸਿਜ਼ਮ 'ਚ ਲੈ ਵੜਿਆ। ਅਤੇ ਹੁਣ ਸਾਨੂੰ ਕਿਸੇ ਸਮਾਜਵਾਦ ਦੇ ਮਾਡਰਨਿਜ਼ਮ ਦੀ ਕੋਈ ਨਵੀਂ ਜਿਹੜੀ ਮਾਡਲ ਹੈ ਉਹ ਉਸਾਰਨ ਦਾ ਲੋੜ ਹੈ, ਅਤੇ ਉਹਦੇ ਵਾਸਤੇ ਇਹਨਾਂ ਸਾਰੀਆਂ ਧਾਰਾਵਾਂ ਨੂੰ ਇਕੱਠੇ ਹੋਣਾ ਪੈਣਾ ਹੈ। ਅਤੇ ਇੱਕ ਪਿਛਲੇ ਸਮੇਂ ਦੇ ਵਿੱਚ ਚੌਧਰੀ ਕਾਸ਼ੀ ਰਾਮ ਜਦੋਂ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਸੀ ਜੀ, ਉਹਨਾਂ ਨੇ ਇੱਕ ਆਪਣੇ ਵੱਲੋਂ ਕਨਸੈਪਟ ਪੇਸ਼ ਕੀਤਾ ਸੀ ਵੀ ਜਿਹੜੇ ਦਲਿਤ ਨੇ ਅਤੇ ਜਿਹੜੀਆਂ ਮਿਨੋਰਟੀਜ਼ ਨੇ, ਅਤੇ ਜੇ ਇਹ ਜਿੰਨਾ ਚਿਰ ਇਹ ਇਕੱਠੀਆਂ ਨਹੀਂ ਹੁੰਦੀਆਂ ਉਹਨਾਂ ਚਿਰ ਜਿਹੜੀਆਂ ਹਿੰਦੂਵਾਦੀ ਤਾਕਤਾਂ ਨੇ ਉਹਨਾਂ ਨੂੰ ਹਾਰ ਨਹੀਂ ਦਿੱਤੀ ਜਾ ਸਕਦੀ। ਉਹਨਾਂ ਨੂੰ ਇਹ ਨਹੀਂ ਕੀਤਾ ਕਿ ਤੁਸੀਂ ਇਹਦਾ ਅੱਜ ਕੋਈ ਇਸ ਜਿਹੜਾ ਆਈਡੀਆ ਸੀ ਉਹਦੀ ਕੋਈ ਰਿਵਾਈਵਲ ਦੇ। ਇਹਦੇ 'ਚ ਕੁਝ ਚੀਜ਼ਾਂ ਜੋੜਨ ਵਾਲੀਆਂ ਨੇ, ਜਿਵੇਂ ਔਰਤਾਂ ਦਾ ਸਵਾਲ, ਉਹ ਬਹੁਤ ਬੁਰੇ ਤਰੀਕੇ ਨਾਲ ਗਾਇਬ ਹੈ। ਖਾਸ ਤੌਰ 'ਤੇ ਆਈਡੈਂਟੀਟੀ ਬੇਸਡ, ਚਾਹੇ ਮਿਨੋਰਿਟੀ ਦੀ ਮੂਵਮੈਂਟ ਹੈ, ਚਾਹੇ ਉਹ ਦਲਿਤ ਦੀ ਮੂਵਮੈਂਟ ਹੈ, ਉਹਦੇ 'ਚੋਂ ਔਰਤ ਦਾ ਕੁਐਸਚਨ ਜਿਹੜਾ ਹੈਗਾ ਉਹ ਸਾਰੇ ਹੀ ਮੂਵਮੈਂਟਾਂ ਪਿੱਛੇ ਤੱਕਦੀਆਂ ਰਹੀਆਂ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਵੀ ਦਲਿਤ ਨੂੰ ਦਲਿਤ ਰਹਿਣ ਵਾਸਤੇ ਪਿਓਰਿਟੀ ਆਫ ਬਲੱਡ ਉਹ ਕਿਤੇ ਨਾ ਕਿਤੇ ਆਈਡੈਂਟੀਟੀ ਪੋਲੀਟਿਕਸ ਦੇ ਵਿੱਚ ਕਰਕਸ 'ਚ ਪਿਆ। ਇਸੇ ਤਰ੍ਹਾਂ ਸਿੱਖਾਂ ਨੂੰ ਸਿੱਖ ਦੀ ਪਿਓਰਿਟੀ ਜਿਹੜੀ ਹੈਗੀ ਆ ਉਹ ਮੇਨਟੇਨ ਕਰਨ ਵਾਸਤੇ ਵੀ ਇੱਕ ਬੇਸਿਸ ਲੱਗਦਾ ਵੀ ਔਰਤ 'ਤੇ ਕਬਜ਼ਾ, ਔਰਤ ਦੀ ਆਜ਼ਾਦੀ ਨੂੰ ਕਰਟੇਲ ਕਰਨਾ। ਸੋ ਇਸ ਦੇ ਵਿੱਚ ਜੇ ਸਾਰੇ ਪ੍ਰੋਜੈਕਟ ਦੇ ਵਿੱਚ ਆਪਾਂ ਦੇਖ ਲਈਏ ਕਿ ਟਰੂ ਮਾਡਰਨਿਜ਼ਮ ਜਿਹੜਾ ਹੈਗਾ, ਵਰਕਿੰਗ ਕਲਾਸ ਦਾ ਸਵਾਲ, ਔਰਤਾਂ ਦਾ ਸਵਾਲ, ਦਲਿਤਾਂ ਦਾ ਕੁਐਸਚਨ, ਟਰਾਈਬਲਸ ਦਾ ਕੁਐਸਚਨ ਅਤੇ ਮਿਨੋਰਿਟੀਜ਼ ਦਾ ਕੁਐਸਚਨ, ਜੇ ਇਹ ਸਾਰਿਆਂ ਨੂੰ ਇਹਦੀ ਕੋਈ ਫੈਡਰਲਿਜ਼ਮ ਵਰਗਾ ਕੋਈ ਇਹਦਾ ਢਾਂਚਾ ਕੋਈ ਬਣ ਜਾਵੇ, ਕੋਈ ਫੈਡਰਲ ਢਾਂਚਾ ਜਿਹਦੇ ਵਿੱਚ ਇਹ ਸਾਰੇ ਕੁਐਸਚਨ ਇਕੁਅਲ ਇੰਪੋਰਟੈਂਸ ਰੱਖਦੇ ਹੋਏ ਸ਼ਾਮਲ ਹੋਣ, ਤਾਂ ਮੈਨੂੰ ਲੱਗਦਾ ਉਹ ਬਣੇਗਾ ਜਿਹੜਾ ਨੈਕਸਟ। ਆਖਰੀ ਸਵਾਲ ਵੀ ਤੁਸੀਂ ਅੱਜ ਕੱਲ੍ਹ ਨੂੰ ਡਾਕਟਰ ਭੀਮ ਰਾਓ ਅੰਬੇਦਕਰ ਦੀ ਜਯੰਤੀ ਹੈ, ਉਹਨਾਂ ਦਾ ਦਿਨ ਹੈ, ਅਤੇ ਤੁਸੀਂ ਕੱਲ੍ਹ ਵਾਸਤੇ ਸਾਡੇ ਚੈਨਲ ਦੇ ਸਰੋਤਿਆਂ ਨੂੰ, ਸਾਡੇ ਵੈਬ ਪੋਰਟਲ ਦੇ ਰੀਡਰਸ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਦੇਖੋ, ਮੈਂ ਤਾਂ ਇਹੀ ਸੰਦੇਸ਼ ਦੇਣਾ ਚਾਹੁੰਦਾ ਕਿ ਹਿੰਦੁਸਤਾਨ ਦੇ ਇੱਕ ਮਾਡਰਨ ਹਿੰਦੁਸਤਾਨ ਦਾ ਨਕਸ਼ਾ ਜਿਨ੍ਹਾਂ ਮਹਾਨ ਆਤਮਾਵਾਂ ਨੇ ਬਣਾਇਆ ਸੀ, ਅੱਜ ਉਹ ਕੁਚਲਿਆ ਜਾ ਰਿਹਾ ਹੈ। ਅੱਜ ਉਹ ਹਿੰਦੁਸਤਾਨ ਜਿਹੜਾ ਢਾਹ ਕੇ ਉਹਨੂੰ ਪਛੜੇਵੇਂ ਵੱਲ ਨੂੰ ਲੈ ਕੇ ਜਾਣ ਦੀਆਂ ਤਾਕਤਾਂ ਜਿਹੜੀਆਂ ਨੇ ਉਹ ਐਕਟੀਵੇਟ ਹੋਈਆਂ। ਇਸ ਕਰਕੇ ਜੇ ਹਿੰਦੁਸਤਾਨ ਦੇ ਨੌਜਵਾਨ, ਜਿਵੇਂ ਕਿਸਾਨੀ ਉਤਰੀ ਹੈ ਅੰਦੋਲਨ ਦੇ ਵਿੱਚ, ਅਤੇ ਸੰਵਿਧਾਨ ਬਚਾਓ ਦਿਹਾੜਾ ਉਹਨਾਂ ਨੇ ਅਨਾਊਂਸ ਕੀਤਾ ਹੈ ਡਾਕਟਰ ਸਾਹਿਬ ਦੀ ਜਯੰਤੀ ਦੇ ਉੱਤੇ, ਤਾਂ ਸੋ ਇਸ ਆਈਡੀਆ ਨੂੰ ਜੇ ਆਪਾਂ ਬਹੁਤ ਖੁੱਲ੍ਹੇ ਦਿਲ ਦੇ ਨਾਲ ਸਾਰੀਆਂ ਧਾਰਾਵਾਂ ਜਿਹੜੀਆਂ ਨੇ ਉਹ ਸਮਝਣ ਅਤੇ ਇਕੱਠੀਆਂ ਹੋਣ, ਤਾਂ ਇੱਕ ਨਵੇਂ ਹਿੰਦੁਸਤਾਨ ਦੇ ਬਣਾਉਣ ਵੱਲ ਨੂੰ ਆਪਾਂ ਬੜੀ ਤੇਜ਼ੀ ਨਾਲ ਵਧ ਰਹੇ ਹਾਂ। ਫਿਰ ਕਮਲਜੀਤ ਸਿੰਘ ਜੀ, ਅੱਜ ਦੀ ਸਾਡੇ ਇੱਥੇ ਸਟੂਡੀਓ 'ਚ ਆਉਣ 'ਤੇ ਬਹੁਤ ਬਹੁਤ ਤੁਹਾਡਾ ਧੰਨਵਾਦ, ਅਤੇ ਅਸੀਂ ਆਸ ਕਰਾਂਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੇ ਨਾਲ ਇਹ ਰਾਬਤਾ ਕਾਇਮ ਰੱਖਣਗੇ ਅਤੇ ਇਸ ਤਰ੍ਹਾਂ ਦੇ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਰਹਿਣਗੇ। ਧੰਨਵਾਦ ਜੀ, ਸ਼ੁਕਰੀਆ।